ਅਸੀਂ ਕਾ ਆਦਾ ਸਲਾਮ। ਤੁਸੀਂ ਦੇਖ ਰਹੇ ਹੋ ਖਬਰਾਂ ਦੇ ਆਰ ਪਾਰ। ਅਸੀਂ ਖਬਰਾਂ ਦੇ ਵਿੱਚੋਂ ਖਬਰ ਕੱਢ ਕੇ ਗੱਲਬਾਤ ਕਰਾਂਗੇ ਉਹਨਾਂ ਦੇ ਵਿੱਚੋਂ ਕਿ ਪੰਜਾਬ ਦੇ ਮੁੱਦਿਆਂ ਤੇ ਦੇਸ਼ ਵਿਦੇਸ਼ ਦੇ ਮੁੱਦਿਆਂ ਦੇ ਨਾਲ ਚਰਚਾ ਕਰਾਂਗੇ। ਜਸਦੀਪ ਸਿੰਘ ਜੱਸੀ ਐਨਾਲਿਸਟ ਪੋਲੀਟੀਕਲ ਔਰ ਸਿੱਖ ਲੀਡਰ ਨੇ ਅਮਰੀਕਾ ਦੇ ਵਿੱਚ। ਸਵਾਗਤ ਹੈ ਬਹੁਤ 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 ਧੰਨਵਾਦ ਸਾਰੇ ਅਮੇਜ਼ਿੰਗ ਟੀਵੀ ਵੇਖਣ ਵਾਲੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬ ਦਾ ਮੁੱਦਾ ਅਕਾਲੀ ਦਲ ਦੇ ਕੁਝ ਵੀਡੀਓ ਆਮ ਆਦਮੀ ਪਾਰਟੀ ਦੀਆਂ ਸੋਸ਼ਲ ਮੀਡੀਆ ਤੇ ਜਾਗਰ ਕਰਨੀਆਂ ਸ਼ਰਾਬ ਪੀ ਕੇ। ਉਹ ਪਹਿਲਾਂ ਪੀਂਦਾ ਸੀ ਸ਼ਰਾਬ, ਸਾਰਿਆਂ ਨੂੰ ਪਤਾ ਹੈਗਾ। ਤੇ ਫਿਰ ਭਗਵੰਤ ਮਾਨ ਨੇ ਵੀ ਕੁਝ ਫੋਟੋਆਂ ਜੋ ਵਾਲ ਖੁੱਲੇ ਹੋਏ ਨੇ, ਸੁਖਬੀਰ ਬਾਦਲ ਹੋਲੀ ਖੇਡ ਰਹੇ ਆਪਣੇ ਬੱਚਿਆਂ ਦੇ ਨਾਲ, ਉਹਦੀਆਂ ਜਾਗਰ ਕਰਨੀਆਂ। ਕਿੱਦਾਂ ਦੀ ਰਾਜਨੀਤੀ ਆ ਗਈ ਇਸ ਟਾਈਮ, ਕੀ ਕਹੋਗੇ? ਦੇਖੋ ਜੀ, ਇਹ ਬਹੁਤ ਹੀ ਘਟੀਆ ਸਤਰ ਦੀ ਰਾਜਨੀਤੀ ਆ ਗਈ ਹੈ, ਜਿਹਨੂੰ ਮੈਂ ਬਹੁਤ ਹੀ ਘਟੀਆ ਕਿਸਮ ਦੀ ਰਾਜਨੀਤੀ ਹੈ। ਜੇ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਨਾਲ ਪਰਸਨਲ ਲੈਵਲ 'ਤੇ ਕਰ ਰਹੇ ਨੇ, ਹੋਲੀ ਖੇਡ ਰਹੇ ਨੇ ਜਾਂ ਕੋਈ ਵੀ ਐਕਟੀਵਿਟੀ ਕਰ ਰਹੇ ਨੇ, ਉਹਨਾਂ ਦਾ ਜਾਤੀ ਮਾਮਲਾ ਹੈ। ਇਹ ਬਿਲਕੁਲ ਪਬਲਿਕ ਨਹੀਂ ਹੋਣਾ ਚਾਹੀਦਾ ਔਰ ਨਾ ਹੀ ਪਬਲਿਕ ਨੂੰ ਇਹਨੂੰ ਕੋਈ ਤਵੱਜੋ ਦੇਣੀ ਚਾਹੀਦੀ ਹੈ। ਉਹੀ ਭਗਵੰਤ ਮਾਨ ਦੀ ਵੀ ਪਰਸਨਲ ਲਾਈਫ ਹੈ, ਉਹ ਚੀਫ ਮਿਨਿਸਟਰ ਨੇ, ਪਰ ਉਹਨਾਂ ਦੀ ਪਰਸਨਲ ਲਾਈਫ ਹੈ। ਉਹ ਪਰਸਨਲ ਲਾਈਫ ਵਿੱਚ ਜੋ ਮਰਜ਼ੀ ਕਰਨ, ਐਜ਼ ਲੌਂਗ ਐਜ਼ ਉਹ ਪੰਜਾਬ ਦੀ ਗਵਰਨੈਂਸ ਠੀਕ ਕਰ ਰਹੇ ਨੇ, ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੇ ਨੇ। ਔਰ ਇਹ ਜਿਹੜੇ ਮੁੱਦੇ ਸੀ ਇਹ ਪਹਿਲਾਂ ਬਹੁਤ ਚਰਚਿਤ ਹੁੰਦੇ ਸੀ। ਅੱਜ ਕੱਲ੍ਹ ਲੋਕ ਇਹਨਾਂ ਮੁੱਦਿਆਂ ਨੂੰ ਨਹੀਂ, ਇਹ ਸਿਰਫ ਇੱਕ ਖੇਡ ਤਮਾਸ਼ਾ, 2 ਦਿਨ ਗੱਲਾਂ ਕਰਕੇ ਨਿਕਲ ਜਾਂਦੇ ਨੇ। ਐਟ ਦ ਐਂਡ ਆਫ ਦ ਡੇ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਬਹੁਤ ਸਮਝਦਾਰ ਨੇ ਔਰ ਉਹ ਕੰਮ ਵੇਖਦੇ ਨੇ, ਨਾ ਕਿ ਹੁਣ ਪਰਸਨਲ ਲਾਈਫਾਂ ਵੇਖਦੇ ਨੇ। ਜਦੋਂ ਦਾ ਸੋਸ਼ਲ ਮੀਡੀਆ ਆਇਆ, ਹਰ ਕਿਸੇ ਦੇ ਉੱਪਰ ਕਿੱਚੜ ਉਛਲ ਰਿਹਾ, ਹਰ ਕਿਸੇ ਦੇ ਉੱਪਰ ਸੋਸ਼ਲ ਮੀਡੀਆ 'ਤੇ ਫੋਟੋਆਂ ਆ ਜਾਂਦੀਆਂ ਨੇ, ਕਈ ਸੱਚੀਆਂ ਹੁੰਦੀਆਂ ਨੇ, ਕੋਈ ਝੂਠੀਆਂ ਹੁੰਦੀਆਂ ਨੇ। ਐਂਡ ਆਈ ਥਿੰਕ ਪੰਜਾਬ ਦੇ ਲੋਕ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਗਏ ਨੇ। ਔਰ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਜੇ ਕੱਲ੍ਹ ਨੂੰ ਅਸੀਂ ਚੀਫ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਜਾਂ ਮੰਤਰੀ ਜਾਂ ਕੋਈ ਵੀ ਵੋਟ ਕਰਾਂਗੇ ਤਾਂ ਉਹ ਸਾਰੇ ਇਸ ਦੁਨੀਆ ਤੋਂ ਹੀ ਆ ਰਹੇ ਨੇ। ਉਹ ਕੋਈ ਰੱਬ ਵੱਲੋਂ ਕੋਈ ਏਂਜਲਸ ਤੇ ਨਹੀਂ ਆ ਰਹੇ ਕਿ ਫਰਿਸ਼ਤੇ ਆ ਰਹੇ ਨੇ ਜਿਹੜਾ ਕਿ ਆ ਕੇ ਇੱਥੇ ਸਾਡੇ ਆਫਿਸ, ਉਹ ਵੀ ਸਾਡੇ ਵਿੱਚੋਂ ਹੀ ਨੇ। ਉਹਨਾਂ ਦੀ ਵੀ ਖਾਮੀਆਂ ਨੇ, ਗਲਤੀਆਂ ਨੇ। ਅਸੀਂ ਸਾਰੇ ਜੇ ਭਗਵੰਤ ਮਾਨ ਜੇ ਪਹਿਲਾਂ ਵਿਸਕੀ ਪੀਂਦੇ ਸੀ ਜਾਂ ਮੈਂ ਸਮਝਦਾ ਹੁਣ ਵੀ ਪੀਂਦੇ ਨੇ ਤਾਂ ਉਹਨਾਂ ਦੀ ਪਰਸਨਲ ਲਾਈਫ ਹੈ। ਔਰ ਕਿੰਨੇ ਲੋਕ ਪੀਂਦੇ ਨੇ, ਪੰਜਾਬ ਵਿੱਚ ਸਭ ਤੋਂ ਜ਼ਿਆਦਾ ਲਿਕਰ ਦੀ ਕੰਜ਼ੰਪਸ਼ਨ ਹੈ। ਅਤੇ ਉਹ ਅਲੱਗ ਮੁੱਦੇ ਨੇ। ਸਾਨੂੰ ਉਹਨਾਂ ਦੀ ਗਵਰਨੈਂਸ ਔਰ ਗਵਰਨਮੈਂਟ ਦੇ ਉੱਪਰ ਧਿਆਨ ਦੇਣਾ ਚਾਹੀਦਾ। ਕਿਉਂਕਿ ਅਕਾਲੀ ਦਲ ਪਹਿਲਾਂ ਦੇ ਵਿੱਚ ਹੈਗਾ ਸੀ, ਕਿਉਂਕਿ ਅਕਾਲੀ ਦਲ ਫੇਲੀਅਰ ਰਿਹਾ, ਕਾਂਗਰਸ ਫੇਲੀਅਰ ਰਹੀ ਹੈ। ਹੁਣ ਆਮ ਆਦਮੀ ਪਾਰਟੀ ਨੂੰ ਕੋਈ ਹੋਰ ਮੁੱਦਾ ਨਹੀਂ ਮਿਲਦਾ ਕਿ ਟਵਿੱਟਰ ਹੀ ਹੋ ਰਹੇ ਨੇ ਦੋਨੇ ਪਾਸੇ। ਦੇਖੋ ਜੀ, ਡੈਸਪਰੇਸ਼ਨ ਦੀ ਨਿਸ਼ਾਨੀਆਂ ਹੁੰਦੀਆਂ ਨੇ। ਅਕਾਲੀ ਦਲ ਇਸ ਵੇਲੇ ਇੱਕ ਬਹੁਤ ਹੀ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਿਹਾ ਹੈ। ਸਿੱਖਾਂ ਦੀ ਪ੍ਰੀਮੀਅਮ ਪਾਰਟੀ ਹੁੰਦੀ ਸੀ ਜਿੱਥੇ ਕਿ ਸਿੱਖ ਮੁੱਦਿਆਂ ਦੀ ਗੱਲ ਹੁੰਦੀ ਸੀ, ਔਰ ਅੱਜ ਇਸ ਲੈਵਲ 'ਤੇ ਆ ਜਾਣਾ ਕਿ ਇਹ ਜੇ ਪਰਸਨਲ ਇਲਜ਼ਾਮ ਟ੍ਰੇਡ ਕਰਨਾ, ਇਹ ਬਜਾਏ ਸਿੱਖ ਮੁੱਦੇ ਜਾਂ ਇਹਨਾਂ ਨੂੰ ਚੁੱਕ ਕੇ ਕੋਈ ਗੱਲ ਕਰਨੀ, ਇਹ ਮੈਂ ਸਮਝਦਾ ਇੱਕ ਬੜਾ ਹੀ ਲੋ ਪੁਆਇੰਟ ਹੈ। ਔਰ ਅਸੀਂ ਇਹੀ ਆਸ ਕਰਦੇ ਹਾਂ ਕਿ ਅਕਾਲੀ ਦਲ ਫਿਰ ਤੋਂ ਇੱਕ ਵਾਰੀ ਜੋ ਇਹਦੀ ਛਵੀ ਹੁੰਦੀ ਸੀ, ਜੋ ਇਹਦੀ ਚਮਕ ਹੁੰਦੀ ਸੀ, ਉਹ ਵਾਪਸ ਉੱਪਰ ਆਏ ਔਰ ਸਿੱਖਾਂ ਦੀ ਇੱਕ ਪ੍ਰੀਮੀਅਮ ਪਾਰਟੀ ਫਿਰ ਬਣੇ। ਪਰ ਇਸ ਵੇਲੇ ਅਕਾਲੀ ਦਲ ਇੱਕ ਬਹੁਤ ਹੀ ਮੁਸ਼ਕਲ ਦੌਰ 'ਚੋਂ ਗੁਜ਼ਰ ਰਿਹਾ। ਥੋੜ੍ਹਾ ਜਿਹਾ ਇਹਦਾ ਦੱਸੋ ਕਿ ਪੰਜਾਬ ਨੂੰ ਜੇ ਅਕਾਲੀ ਦਲ ਖੜਾ ਹੋਣਾ ਹੋਵੇ ਤਾਂ ਕਿਸ ਤਰ੍ਹਾਂ ਹੋ ਸਕਦਾ ਹੈ? ਦੇਖੋ ਜੀ, ਮੰਥਨ ਹੋ ਰਿਹਾ ਅਕਾਲੀ ਦਲ ਵਿੱਚ। ਅਕਾਲੀ ਦਲ ਦੇ ਕਈ ਜਿਹੜੇ ਸੈਕੰਡ ਟੀਅਰ ਦੇ ਲੀਡਰਸ ਨੇ, ਜਿਨ੍ਹਾਂ ਨੂੰ ਕਿ ਮੈਂ ਵੀ ਪਰਸਨਲੀ ਜਾਣਦਾ, ਗੱਲਬਾਤ ਹੋਈ ਉਹਨਾਂ ਨਾਲ, ਉਹ ਵੀ ਅਕਾਲੀ ਦਲ ਵਿੱਚ ਖੁਸ਼ ਨਹੀਂ ਨੇ। ਉਹ ਵੀ ਜੇ ਮੌਕਾ ਲੱਭੇ ਤਾਂ ਉਹ ਛਲਾਂਗ ਮਾਰ ਕੇ ਕਿਧਰੇ ਹੋਰ ਚਲੇ ਜਾਣਗੇ। ਪਰ ਇਹ ਹਰ ਪਾਰਟੀ ਵਿੱਚ ਹੁੰਦਾ ਹੈ, ਕਾਂਗਰਸ ਵਿੱਚ ਵੀ ਅਸੀਂ ਹੁੰਦਿਆਂ ਵੇਖਿਆ ਹੈ। ਔਰ ਇਹ ਮੰਥਨ ਹੈ ਜਿਹਦੇ ਵਿੱਚੋਂ ਕਿ ਕੋਈ ਨਾ ਕੋਈ ਨਵੀਂ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਿਕਲੇਗੀ ਔਰ ਚੇਂਜ ਹੋਏਗਾ। ਗੱਲਬਾਤ ਕਰਦੇ ਹਾਂ ਪੱਤਰਕਾਰੀ ਦੇ ਉੱਤੇ। ਪੱਤਰਕਾਰੀ ਇੱਕ ਬਹੁਤ ਚੌਥਾ ਥੰਮ ਕਿਹਾ ਜਾਂਦਾ ਹੈ ਕਿ ਤੁਸੀਂ ਸਾਫ਼ ਸਪਸ਼ਟ ਖਬਰਾਂ, ਜੇ ਤੁਹਾਡੇ ਕੋਲ ਕੋਈ ਗਲਤ ਹੁੰਦਾ ਉਹਦੇ ਨਾਲ ਖੜੋ, ਉਹਦੀ ਨਿਊਜ਼ ਲਗਾਓ। ਕੁਛ ਨਿਊਜ਼ ਲਗਾਉਣ ਵਾਲੇ, ਬੋਲਣ ਵਾਲੇ ਪ੍ਰੈਜੈਂਟਰ ਉਹ ਵੱਡੀ ਜੀ ਪਹਿਲਾਂ ਖਬਰ ਛਾਪ ਦੇਣਗੇ ਇੱਕ, ਉਸ ਤੋਂ ਬਾਅਦ ਥੋੜ੍ਹੀ ਜਿਹੀ ਇੱਕ ਛੋਟੀ ਜਿਹੀ ਪੱਟੀ ਚਲਾ ਦੇਣਗੇ ਮਾਫੀਨਾਮੇ ਦੀ। ਇਹ ਪੱਤਰਕਾਰੀ ਕਿੱਧਰ ਜਾ ਰਹੀ ਹੈ? ਪੱਤਰਕਾਰੀ ਮੈਂ ਹਮੇਸ਼ਾ ਕਹਿੰਦਾ ਕਿ ਦੇਖੋ, ਇੱਕ ਤਾਂ ਹੈਗੀ ਰਿਸਪੋਂਸੀਬਲ ਪੱਤਰਕਾਰ। ਮੈਂ ਸਾਰੇ ਪੱਤਰਕਾਰਾਂ ਨੂੰ ਇਹ ਨਹੀਂ ਕਹਾਂਗਾ, ਤੇ ਜਿਹੜੇ ਜੈਨੂਇਨ ਪੱਤਰਕਾਰ ਨੇ ਉਹ ਹੈ ਨੇ, ਅੱਜ ਵੀ ਆਪਣੇ ਮੋਰਲਸ ਔਰ ਪ੍ਰਿੰਸੀਪਲਸ 'ਤੇ ਖਬਰਾਂ ਲਿਖਦੇ ਨੇ, ਜਰਨਲਿਜ਼ਮ ਦੀ ਐਥਿਕਸ 'ਤੇ ਖਬਰਾਂ ਲਿਖਦੇ ਨੇ। ਪਰ ਕੁਝ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਕੁਝ ਇੰਟਰਨੈਟ TV ਖੋਲ੍ਹ ਲੈਂਦੇ ਨੇ। ਕੱਲ੍ਹ ਤੱਕ ਉਹ ਜਾਂ ਤਾਂ ਕਿਧਰੇ ਰੈਸਟੋਰੈਂਟ 'ਚ ਕੰਮ ਕਰਦੇ ਸੀ ਜਾਂ ਗਾਣਾ ਵਜਾਣਾ ਕਰਦੇ ਸੀ ਜਾਂ ਕੋਈ ਹੋਰ ਕੰਮ ਕਰਦੇ ਸੀ। ਅੱਜ ਉਹ ਜਰਨਲਿਸਟ ਆਪਣੇ ਆਪ ਨੂੰ ਕਹਿਲਾ ਰਹੇ ਨੇ। ਅਤੇ ਉਹਨਾਂ ਨੂੰ ਵੀ ਠੀਕ ਹੈ, ਜਰਨਲਿਜ਼ਮ ਵਿੱਚ ਆਉਂਦੇ ਨੇ ਅਤੇ ਉਹਨਾਂ ਦਾ ਸਵਾਗਤ ਹੈ।
ਪਰ ਇੱਕ ਜਰਨਲਿਜ਼ਮ ਦੀ ਫੀਲਡ ਵਿੱਚ ਇੱਕ ਰਿਸਪੌਂਸਿਬਿਲਿਟੀ, ਇੱਕ ਮੋਰਲਸ ਦੀ ਹੁੰਦੀ, ਕਿਉਂਕਿ ਜਿਵੇਂ ਤੁਸੀਂ ਕਿਹਾ ਇੱਕ ਚੌਥਾ ਪਿਲਰ ਹੈ, ਬਹੁਤ ਹੀ ਇੰਪੋਰਟੈਂਟ ਪਿਲਰ ਹੈ। ਔਰ ਜਦ ਤੁਸੀਂ ਆਪਣੇ ਕੋਲੋਂ ਖਬਰਾਂ ਬਣਾਉਂਦੇ ਹੋ ਜਾਂ ਉਹਨੂੰ ਸੈਂਸੇਸ਼ਨਲਾਈਜ਼ ਕਰਦੇ ਹੋ, ਉਹਨੂੰ ਤੁਸੀਂ ਝੂਠੀਆਂ ਖਬਰਾਂ ਚਲਾਉਂਦੇ ਹੋ, ਅਤੇ ਕੁਝ ਦਿਨ ਤੁਹਾਡੇ ਆਪਣੇ ਫਾਇਦੇ ਵਾਸਤੇ ਉਹ ਚੱਲ ਜਾਣਗੀਆਂ, ਪਰ ਐਂਡ ਵਿੱਚ ਫਿਰ ਲੋਕ ਉਹ ਵੇਖ ਕੇ ਸਮਝ ਜਾਂਦੇ ਨੇ ਕਿ ਇਹ ਵਾਕਈ ਕੋਈ ਖਬਰ ਹੈ ਜਾਂ ਇਹ ਕੋਈ ਆਪਣੀ ਪਰਸਨਲ ਰੋਟੀਆਂ ਸੇਖ ਰਿਹਾ। ਕਿਉਂਕਿ ਇਹ ਖਬਰਾਂ ਲਗਾਉਣਾ ਇੱਕ ਬਹੁਤ ਜ਼ਿੰਮੇਵਾਰੀ ਦਾ ਕੰਮ ਹੁੰਦਾ ਹੈ। ਕੋਈ ਨਿਊਜ਼ ਲਗਾਉਣੀ ਬਹੁਤ ਚੈਨਲ ਦੇ ਜਿਹੜਾ ਉਹਦਾ ਮੇਨ ਓਨਰ ਹੁੰਦਾ, ਮੇਨ ਜੋ ਰਿਸਪੌਂਸਿਬਲ ਬੰਦਾ ਹੁੰਦਾ, ਉਹਦੇ ਮੁਤਾਬਿਕ ਖਬਰਾਂ ਸਾਰੀਆਂ ਚੱਲਦੀਆਂ ਹੈਗੀਆਂ। ਅਤੇ ਜੇ ਕੋਈ ਇੱਦਾਂ ਦੀ ਖਬਰ ਲਗਾਉਂਦੇ ਨੇ ਉਹਦੀ ਵੈਰੀਫਾਈ ਕਰਨੀ ਚਾਹੀਦੀ ਹੈ। ਇਹ ਥੋੜ੍ਹਾ ਜਿਹਾ ਇਸ ਟਾਈਮ ਵਿਕਾਊ ਮੀਡੀਆ ਨਹੀਂ ਹੋ ਗਿਆ, ਜਿਹਨੂੰ ਅਸੀਂ ਗੋਦੀ ਮੀਡੀਆ, ਮੋਦੀ ਮੀਡੀਆ ਜਿਹਨੂੰ ਕਹਿੰਦੇ ਸੀ ਲੋਕ, ਉਹ ਖੁਦ ਹੀ ਹੁਣ ਇਸ ਤਰ੍ਹਾਂ ਰਾਹ ਨੂੰ ਚੱਲ ਪਏ ਨੇ। ਦੇਖੋ, ਇੱਕ ਤਾਂ ਗੋਦੀ ਮੀਡੀਆ ਹੋ ਗਿਆ ਜਿਹੜਾ ਵਿਕਾਊ ਹੈ, ਇੱਕ ਹੈ ਇਰਰਿਸਪੌਂਸਿਬਲ ਸੋਸ਼ਲ ਮੀਡੀਆ, ਜਿਹਨੂੰ ਕਿ ਇਹ ਫਸਲੀ ਚੈਨਲਾਂ ਜਿਹੜੀਆਂ ਇੱਕ ਦਿਨ ਉਗਦੀਆਂ ਨੇ ਸੋਸ਼ਲ ਮੀਡੀਆ 'ਤੇ ਆ ਜਾਣਗੀਆਂ, ਉਹ ਕਿਸੇ ਤੁਸੀਂ ਵੱਡੇ ਪਲੇਟਫਾਰਮ 'ਤੇ ਨਹੀਂ ਦੇਖੋਗੇ। ਉਹ ਸਿਰਫ ਛੋਟੀਆਂ ਕਮਿਊਨਿਟੀਆਂ ਵਿੱਚ ਹੁੰਦੀਆਂ ਰਹੇ ਆਪਣੇ ਆਪ ਨੂੰ ਸਕੋਰ ਸੈਟਲ ਕਰਨ ਵਾਸਤੇ। ਅਤੇ ਉਹਨਾਂ ਨੂੰ ਜ਼ਰੂਰਤ ਹੈ ਕਿ ਸਮਝਣ ਦੀ ਕਿ ਤੁਸੀਂ ਵਾਕਈ ਜਰਨਲਿਜ਼ਮ ਵਿੱਚ ਆਏ ਹੋ ਜਾਂ ਤੁਸੀਂ ਆਪਣੇ ਕੋਈ ਇੱਕ ਦੂਜੇ ਦੇ ਨਾਲ ਰੰਜਿਸ਼ਾਂ ਕੱਢ ਰਹੇ ਹੋ। ਔਰ ਉਹ ਦੁਨੀਆ ਦੇਖਦੀ ਹੈ, ਅਤੇ ਉਹ ਚੈਨਲਾਂ ਜ਼ਿਆਦਾ ਦੂਰ ਜਾਂਦੀਆਂ ਵੀ ਨਹੀਂ, ਅਤੇ ਉਹ ਬਸ ਇਵੇਂ ਹੀ ਕੁਝ ਮਹੀਨੇ ਚੱਲ ਕੇ ਤੇ ਆਉਂਦੀਆਂ ਅਤੇ ਖਤਮ, ਜਿਵੇਂ ਬਰਸਾਤੀ ਮੈਂਡਕ ਆਉਂਦੇ ਨੇ ਉਵੇਂ ਹੀ ਉਹ ਚੈਨਲਾਂ ਫਿਰ ਖਤਮ ਹੋ ਜਾਂਦੀਆਂ ਨੇ। ਪਰ ਔਨ ਦਾ ਹੋਲ ਜਰਨਲਿਜ਼ਮ ਜਿਹੜਾ ਹੈ ਚੇਂਜ ਵੀ ਹੋ ਰਿਹਾ, ਸੋਸ਼ਲ ਮੀਡੀਆ ਵਿੱਚ ਵੀ ਚੇਂਜ ਹੋ ਰਿਹਾ। ਔਰ ਇੱਕ ਸਾਰੇ ਜਰਨਲਿਸਟ ਨੂੰ, ਸਾਰੀਆਂ ਨਿਊਜ਼ ਏਜੰਸੀਆਂ ਨੂੰ ਰਿਸਪੌਂਸਿਬਲ ਹੋਣ ਦੀ ਬਹੁਤ ਜ਼ਰੂਰਤ ਹੈ। ਬਿਲਕੁਲ। ਸੋ ਦੋਸਤੋ, ਮਿਲਦੇ ਹਾਂ ਥੋੜ੍ਹੀ ਜਿਹੀ ਇੱਕ ਬ੍ਰੇਕ ਤੋਂ ਬਾਅਦ। Keep calm, buy, sell, and invest with Ali and Allian team. Serving in Maryland more than 17 years. The trustworthy name in Maryland. Remember, we can make it happen. Call Ali today at 443-831-2003. ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਸਦੀਪ ਜੀ, ਇੱਕ ਮੁੱਦਾ ਆਇਆ ਸੀ ਪਿੱਛੇ ਗੁਰਦੁਆਰੇ ਸਾਹਿਬ ਦਾ, ਜਿੱਥੇ ਰੰਗਾਰੰਗ ਪ੍ਰੋਗਰਾਮ ਜਿਹਨੂੰ ਦਿਖਾਇਆ ਗਿਆ ਸੀ ਕਿ ਉੱਥੇ ਨਾਚ ਹੁੰਦੇ ਨੇ ਸ਼ਰੇਆਮ, ਉਹਨਾਂ ਨੇ ਜਾ ਕੇ ਗੁਰਦੁਆਰੇ ਸਾਹਿਬ ਜਾ ਕੇ ਅਪੋਲੋਜਾਈਜ਼ ਮੰਗੀ। ਉਹਦੇ ਬਾਰੇ ਕੀ ਕਹੋਗੇ? ਦੇਖੋ, ਮਾफ़ी ਮੰਗਣਾ ਇੱਕ ਬਹੁਤ ਅੱਛੀ ਗੱਲ ਹੈ। ਬੰਦਾ ਜੇ ਆਪਣੀ ਗਲਤੀ ਸੁਧਾਰੇ ਤੇ ਉਹਦਾ ਸਟੈਚਰ ਘੱਟ ਨਹੀਂ ਹੁੰਦਾ। ਅਤੇ ਜੇ ਕਿਸੇ ਪੱਤਰਕਾਰ ਨੇ ਜੇ ਕੋਈ ਖਬਰ ਸਹੀ ਨਹੀਂ ਲਿਖੀ ਸੀ, ਜਿਹੜੀ ਕਿ ਮੋਰਲਸ ਤੋਂ ਜਾਂ ਜਰਨਲਿਜ਼ਮ ਦੇ ਸਟੈਂਡਰਡ ਤੋਂ ਥੱਲੇ ਸੀ, ਅਤੇ ਜੇ ਉਹਨੇ ਮਾफ़ੀ ਮੰਗ ਲਈ ਹੈ ਤਾਂ ਇਹ ਬਹੁਤ ਅੱਛੀ ਗੱਲ ਹੈ। ਔਰ ਪਰ ਮੈਂ ਸਾਰੇ ਜਰਨਲਿਸਟ ਨੂੰ ਇਹ ਕਹਾਂਗਾ ਕਿ ਅੱਗੇ ਵਾਸਤੇ ਹਰ ਗੱਲ ਨੂੰ ਤੁਸੀਂ ਸੈਂਸੇਸ਼ਨਲਾਈਜ਼ ਨਾ ਕਰੋ, ਖਾਸ ਕਰ ਜਦੋਂ ਗੁਰਦੁਆਰਿਆਂ ਦੀ ਗੱਲ ਆਉਂਦੀ ਹੈ, ਜਿੱਥੇ ਤੱਕ ਆਪਣੀ ਕਮਿਊਨਿਟੀ ਦੀ ਗੱਲ ਆਉਂਦੀ ਹੈ, ਉਹਨੂੰ ਪੋਜ਼ੀਟਿਵ ਵੇ ਨਾਲ ਵੇਖਿਆ ਜਾਏ, ਨੈਗੇਟਿਵ ਨਾਲ ਗੱਲ ਕੀਤੀ ਜਾਏ। ਔਰ ਇਹ ਬਹੁਤ ਅੱਛਾ ਹੈ ਜੇ ਕਿਸੇ ਨੇ ਆਪਣੀ ਗਲਤੀ ਅਹਿਸਾਸ ਕੀਤੀ ਔਰ ਮਾफ़ੀ ਮੰਗ ਲਈ ਹੈ, ਅਤੇ ਅੱਗੋਂ ਪਰਹੇਜ਼ ਕਰਨ ਅਤੇ ਕਮਿਊਨਿਟੀ ਨੂੰ ਜੋੜਨ। ਜੀ ਬਿਲਕੁਲ, ਕਿ ਸਭ ਤੋਂ ਜ਼ਰੂਰੀ ਸਾਡਾ ਹੈਗਾ ਕਿ ਆਪਾਂ ਕਮਿਊਨਿਟੀ ਨੂੰ ਕਿੱਦਾਂ ਜੋੜਨਾ ਹੈਗਾ, ਕਮਿਊਨਿਟੀ ਵਾਸਤੇ ਕੀ ਕਰਨਾ ਹੈਗਾ, ਕਿ ਅਸੀਂ ਕਿਸੇ ਦੀਆਂ ਲੱਤਾਂ ਖਿੱਚਣ ਦੇ ਵਿੱਚ ਲੱਗੇ ਹੋਈਏ। ਅਸੀਂ ਬਿਲਕੁਲ ਠੀਕ ਗੱਲ ਹੈ। ਇੱਥੇ ਖਾਸ ਕਰ ਅਮਰੀਕਾ ਵਿੱਚ, ਅਸੀਂ ਬਾਹਰ ਰਹਿੰਦੇ ਹਾਂ ਭਾਰਤ ਤੋਂ, ਛੋਟੀ ਜਿਹੀ ਕਮਿਊਨਿਟੀ ਹੈ। ਸਾਨੂੰ ਇਕੱਠੇ ਰਹਿ ਕੇ ਸਾਨੂੰ ਇੱਕ ਦੂਜੇ ਦੀ ਸਪੋਰਟ ਨਾਲ ਆਪਣੀ ਕਮਿਊਨਿਟੀ ਬਾਰੇ ਸੋਚਣਾ ਚਾਹੀਦਾ। ਕਮਿਊਨਿਟੀ ਨੂੰ ਅਸੀਂ ਇੱਕ ਪਗੜੀ ਨੂੰ ਪ੍ਰਜੈਂਟ ਕਰਦੇ ਹਾਂ, ਅਸੀਂ ਸਿੱਖ ਧਰਮ ਨੂੰ ਪ੍ਰਜੈਂਟ ਕਰਦੇ ਹਾਂ। ਅਸੀਂ ਲੋਕਾਂ ਸਾਹਮਣੇ ਅਸੀਂ ਇੰਟਰੋਡਿਊਸ ਹੁੰਦੇ ਹਾਂ ਕਿ ਲੋਕਾਂ 'ਤੇ ਇੱਕ ਮਾੜਾ ਪ੍ਰਭਾਵ ਪਏਗਾ ਜੇ ਇਸ ਤਰ੍ਹਾਂ ਦੀਆਂ ਗੱਲਾਂ ਜੇ ਆਪਾਂ ਪੰਜਾਬੀ ਦੇ ਵਿੱਚ ਬਿਲਕੁਲ ਲਿਖ ਦਿੰਦੇ ਹਾਂ, ਜੇ ਉਹਦੀ ਟਰਾਂਸਲੇਸ਼ਨ ਇੰਗਲਿਸ਼ ਵਿੱਚ ਲਿਖੀਏ ਅਸੀਂ ਕਰੀਏ, ਅਤੇ ਲੋਕਾਂ ਨੂੰ ਅਸੀਂ ਕੀ ਪ੍ਰਜੈਂਟ ਕਰਾਂਗੇ? ਬਿਲਕੁਲ, ਅਸੀਂ ਕੀ ਪ੍ਰਜੈਂਟ ਕਰਾਂਗੇ। ਔਰ ਆਪਣੀ ਕਮਿਊਨਿਟੀ ਨੂੰ ਤੁਸੀਂ ਜੇ ਆਪਣਾ ਯੂਨਾਈਟਿਡ ਫਰੰਟ ਨਹੀਂ ਦੱਸੋਗੇ, ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇਣਾ ਕਿ ਦਾਸ ਕਈ ਪੋਲੀਟੀਕਲ ਲੈਵਲਸ ਵਿੱਚ ਮੈਂ ਕਈ ਜਗ੍ਹਾ 'ਤੇ ਇਨਵੋਲਵਡ ਹਾਂ, ਔਰ ਇਹੀ ਕੋਸ਼ਿਸ਼ ਹੁੰਦੀ ਕਿ ਅਸੀਂ ਕਮਿਊਨਿਟੀ ਦਾ ਇੱਕ ਯੂਨਾਈਟਿਡ ਫਰੰਟ ਰੱਖੀਏ। ਜਦੋਂ ਅਸੀਂ ਗਵਰਨਰ ਦੇ ਸਾਹਮਣੇ ਬਹਿੰਦੇ ਹਾਂ ਜਾਂ ਕਿਸੇ ਸੈਕਟਰੀ ਆਫ ਸਟੇਟ ਦੇ ਸਾਹਮਣੇ ਬਹਿੰਦੇ ਹਾਂ ਜਾਂ ਹੋਰ ਫੈਡਰਲ ਗੌਰਮੈਂਟ, ਜਾਂ ਜਿਵੇਂ ਜਦੋਂ ਮੈਂ ਪ੍ਰੈਜ਼ੀਡੈਂਟ ਟਰੰਪ ਦੇ ਸਾਹਮਣੇ ਵੀ ਬਹਿੰਦੇ ਹੁੰਦੇ ਸਾਂ, ਅਤੇ ਆਪਣੀ ਸਿੱਖ ਕਮਿਊਨਿਟੀ ਦਾ ਇੱਕ ਯੂਨਾਈਟਿਡ ਫੇਸ ਰੱਖੀਦਾ ਸੀ ਕਿ ਅਸੀਂ ਸਾਰੇ ਇਕੱਠੇ ਹਾਂ, ਅਸੀਂ ਕਮਿਊਨਿਟੀ ਦੀ ਗੱਲ ਕਰਦੇ ਸਾਂ। ਪਰ ਅਨਫੋਰਚੂਨੇਟਲੀ ਕਈ ਵਾਰੀ ਇਹ ਵੀ ਆਉਂਦਾ ਹੈ ਕਿ ਕੁਝ ਹੀ ਸਾਡੀ ਕਮਿਊਨਿਟੀ ਦੇ ਬੰਦੇ ਜਾ ਕੇ
ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨੂੰ ਪੈ ਜਾਂਦੇ ਨੇ ਤੇ ਜਾ ਕੇ ਇੱਕ ਦੂਜੇ ਦੀ ਬੁਰਾਈ ਸ਼ੁਰੂ ਕਰ ਦਿੰਦੇ ਨੇ। ਉਸ ਵੇਲੇ ਜਦੋਂ ਇਹ ਥਰਡ ਪਾਰਟੀ ਜਿਹੜੀ ਹੁੰਦੀ ਜਦ ਦੇਖਦੀ ਹੈ ਕਿ ਯਾਰ ਇਹ ਤੇ ਇੱਕ ਦੂਜੇ ਦੀ ਬੁਰਾਈਆਂ ਕਰ ਰਹੇ ਨੇ ਜਾਂ ਇੱਕ ਦੂਜੇ ਦੀ ਲੱਤਾਂ ਖਿੱਚ ਰਹੇ ਨੇ, ਉਸ ਵੇਲੇ ਬਹੁਤ ਹੀ ਇੱਕ ਬਹੁਤ ਨੈਗੇਟਿਵ ਇੰਪੈਕਟ ਪੈਂਦਾ ਹੈ। ਕਿ ਲੋਕਾਂ ਨੂੰ ਨਹੀਂ ਪਤਾ, ਸਾਡੇ ਵਿਊਵਰ ਨੂੰ ਨਹੀਂ ਪਤਾ, ਅਸੀਂ ਦੱਸੀਏ ਕਿ ਜਸਦੀਪ ਸਿੰਘ ਜੱਸੀ ਇੱਕ 6 ਫॉर ਅਮਰੀਕਾ ਦੀ ਜੋ ਸੰਸਥਾ ਹੈਗਾ 6 ਫॉर ਟਰੰਪ ਜੋ ਅਸੀਂ ਰਨ ਕਰਦੇ ਪਏ ਸੀ, ਤੁਸੀਂ ਉਹਨਾਂ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਸੀ, ਅੱਗੇ ਵੀ ਕਰਦੇ ਪਏ ਹੋ ਤੁਸੀਂ। ਗਵਰਨਰ ਦੀ ਭਾਵੇਂ ਡੈਮੋਕ੍ਰੇਟ ਹੋਵੇ ਪਰ ਰਿਪਬਲਿਕ, ਇੱਥੇ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਟਰੰਪ ਦੀ ਸਪੋਰਟ ਕਰਨੀ ਹੈ ਜਾਂ ਬਾਈਡਨ ਦੀ, ਤੁਸੀਂ ਜਿਹੜਾ 6 ਫॉर ਟਰੰਪ ਐਨੀਵਨ। ਹਾਂ, ਸਿੱਖਾਂ ਨੂੰ ਇਸ ਵੇਲੇ ਪੋਲੀਟੀਕਲ ਪਾਰਟੀਜ਼ ਵਿੱਚ ਇਨਵੋਲਵ ਹੋਣੇ ਚਾਹੀਦੇ, ਭਾਵੇਂ ਡੈਮੋਕ੍ਰੇਟ ਦੀ ਕਰੋ, ਭਾਵੇਂ ਟਰੰਪ ਦੀ ਕਰੋ, ਭਾਵੇਂ ਰਿਪਬਲਿਕਨਸ ਦੀ ਕਰੋ, ਪਰ ਸਿੱਖਾਂ ਨੂੰ, ਸਾਡੇ ਯੂਥ ਨੂੰ ਪੋਲੀਟਿਕਸ ਵਿੱਚ ਇਨਵੋਲਵ ਹੋਣਾ ਚਾਹੀਦਾ ਹੈ ਔਰ ਦੋਵਾਂ ਪਾਰਟੀਆਂ ਵਿੱਚ ਹੋਣਾ ਚਾਹੀਦਾ ਹੈ। ਜਿਵੇਂ ਅੱਜ ਅਸੀਂ ਦੇਖਦੇ ਹਾਂ ਹੋਰ ਯੂਥ ਅੱਗੇ ਆ ਰਹੇ ਨੇ, ਵਿਵੇਕ ਆ ਰਹੇ ਨੇ ਰਿਪਬਲਿਕਨ ਪਾਰਟੀ ਤੋਂ, ਡੈਮੋਕ੍ਰੈਟਿਕ ਪਾਰਟੀ ਤੋਂ ਵੀ ਬਹੁਤ ਸਾਰੇ ਸਾਡੇ ਆ ਰਹੇ ਨੇ ਸਾਊਥ ਏਸ਼ੀਅਨਸ, ਪਰ ਸਿੱਖ ਨੌਜਵਾਨਾਂ ਨੂੰ ਵੀ ਚਾਹੀਦਾ ਅੱਗੇ ਆਉਣ। ਔਰ ਇੱਥੇ ਮੈਂ ਇੱਕ ਗੱਲ ਹੋਰ ਕਹਾਂਗਾ, ਅੱਜ ਮੁਬਾਰਕਬਾਦ ਦੇਣਾ ਚਾਹਾਂਗਾ ਕਿ ਇੱਕ ਬੜਾ ਵੱਡਾ ਪ੍ਰੋਗਰਾਮ ਹੈ ਬਿਗ ਬ੍ਰਦਰ, ਜਿਹੜਾ ਕਿ ਬਿਗ ਬੌਸ ਕਾਪੀ ਹੋਇਆ ਸੀ ਉਸ ਪ੍ਰੋਗਰਾਮ 'ਚੋਂ ਇੰਡੀਆ ਵਿੱਚ, ਤੇ ਬਿਗ ਬ੍ਰਦਰ ਅਮਰੀਕਾ ਦਾ ਬਿਗ ਬੌਸ ਸਮਝ ਲਓ, ਬਹੁਤ ਹੀ ਫੇਮਸ ਪ੍ਰੋਗਰਾਮ ਹੈ। ਉਹਦੇ 'ਚ ਪਹਿਲੀ ਵਾਰੀ ਸਿੱਖ ਨੌਜਵਾਨ ਜਗ ਬੇਂਸ ਉਹਦੇ ਵਿੱਚ ਆ ਰਹੇ ਨੇ ਆਪਣੀ ਪੂਰੀ ਦਸਤਾਰ ਤੇ ਦਾੜੀ ਨਾਲ ਔਰ ਗੁਰਸਿੱਖੀ ਸਰੂਪ ਵਿੱਚ, ਔਰ ਇੱਕ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਐਕਸਪੋਜਰ ਹੈ ਸਿੱਖਾਂ ਵਾਸਤੇ ਔਰ ਬਹੁਤ ਵੱਡੀ ਗੱਲ ਹੈ ਕਿ ਇੱਕ ਆਮ ਅਮਰੀਕਨ ਨੂੰ ਸਿੱਖ ਹੁਣ ਮੇਨ ਟੀਵੀ ਤੇ ਨਜ਼ਰ ਆਏਗਾ। ਤੇ ਉਹੀ ਮੈਂ ਕਹਿ ਰਿਹਾ ਸੀ ਕਿ ਬਿਲਕੁਲ ਅਸੀਂ ਹਰ ਪਾਰਟੀ ਵਿੱਚ ਹਰ ਕਿਸੇ ਨੂੰ ਸਪੋਰਟ ਕਰੀਏ, ਪਰ ਇੱਕ ਦੂਜੇ ਦੀ ਟੰਗ ਨਾ ਖਿੱਚੀਏ। ਕਿਉਂਕਿ ਬਿਗ ਬ੍ਰਦਰ ਦੇ ਵਿੱਚ ਆਣਗੇ 25ਵਾਂ ਐਪੀਸੋਡ ਹੈ ਉਹਨਾਂ ਦਾ, ਉਹਦੇ ਵਿੱਚ ਸਿੱਖਾਂ ਦੀ ਪਛਾਣ ਹੋਏਗੀ, ਦਾੜੀ ਦੀ ਆਇਡੈਂਟੀਟੀ ਦੱਸ ਸਕੇਗਾ ਲੋਕਾਂ ਨੂੰ, ਇੰਟਰਨੈਸ਼ਨਲ ਲੋਕੀ ਦੇਖਦੇ ਵਾਚ ਕਰਦੇ। ਬਿਲਕੁਲ, ਇਹ ਬੜਾ ਮੈਂ ਆਪ ਬੜਾ ਐਕਸਾਈਟਡ ਹਾਂ ਇਸ ਪ੍ਰੋਗਰਾਮ ਵਾਸਤੇ, ਔਰ ਕਿਉਂਕਿ ਬਿਗ ਬ੍ਰਦਰ ਵਿੱਚ ਇੱਕ ਸਿੱਖ ਜਾ ਕੇ ਤੇ ਉਹ ਘਰ ਵਿੱਚ ਰਹੇਗਾ ਹੋਰ ਅਮਰੀਕਨਸ ਦੇ ਨਾਲ, ਔਰ ਬੜਾ ਇੰਟਰਸਟਿੰਗ ਹੋਏਗਾ ਕਿ ਜਦੋਂ ਉਹਨੇ ਦਸਤਾਰ ਸਜਾਣੀ ਹੈ ਤੇ ਜਦੋਂ ਉਹਨੇ ਆਪਣੇ ਕੇਸਾਂ ਦਾ ਉਹਨੇ ਜਦੋਂ ਉਹਨਾਂ ਦਾ ਪ੍ਰਕਾਸ਼ ਕਰਨਾ ਹੈ ਤੇ ਉਹ ਸਾਰਾ ਦੇਖਿਆ ਜਾਏਗਾ ਵੀ ਅਮਰੀਕਨਸ ਵਿਲ ਉਹਨੂੰ ਵੇਖਣਗੇ ਤੇ ਉੱਥੋਂ ਲਰਨ ਕਰਨਗੇ ਕਿ ਬਈ ਇਹ ਪੱਗ ਕਿਵੇਂ ਬੰਨੀ ਜਾਂਦੀ ਹੈ ਤੇ ਇੱਕ ਸਿੱਖ ਦੇ ਕੀ ਡੇਲੀ ਲਾਈਫ ਹੁੰਦੀ ਹੈ। ਔਰ ਮੇਰੇ ਹਿਸਾਬ ਨਾਲ ਤੇ ਇਹ ਬਹੁਤ ਹੀ ਇੱਕ ਇੰਟਰਸਟਿੰਗ ਅਮਰੀਕਾ ਵਿੱਚ ਇਹ ਉਹਨਾਂ ਨੂੰ ਕੰਗ੍ਰੈਚੁਲੇਟ ਵੀ ਕਰਨਾ ਜਗ ਬੇਂਸ ਨੂੰ ਕਿ ਇੰਨੀ ਉਹਨਾਂ ਨੇ, ਔਰ ਇੱਥੇ ਦੀ ਜੰਮਪਲ ਨੇ, ਔਰ ਬੜੀ ਅੱਛਾ ਲੱਗਾ ਹੈ ਕਿ ਇਹ ਸਾਡੀ ਯੂਥ, ਸਿੱਖ ਯੂਥ ਜਿਹੜਾ ਹੈ ਉਹ ਸਾਡੀ ਕੌਮ ਨੂੰ ਨੈਕਸਟ ਲੈਵਲ ਤੇ ਅਮਰੀਕਾ ਵਿੱਚ ਲੈ ਕੇ ਜਾ। ਠੀਕ ਹੈ, ਮੈਨੂੰ ਯਾਦ ਹੈ ਕਿ ਤੁਸੀਂ ਹਮੇਸ਼ਾ ਯੂਥ ਦੀ ਗੱਲ ਕਰਦੇ ਹੋ ਕਿ ਸਾਡੀ ਪਗੜੀ ਦੀ ਪਛਾਣ ਸਾਡੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਕਿ ਐਕਸਾਈਟਡ ਹੋ ਤੁਸੀਂ, ਦਿਖ ਰਿਹਾ ਤੁਹਾਡੇ ਤੋਂ ਐਕਸਾਈਟਡ ਬਹੁਤ ਜ਼ਿਆਦਾ। ਬਿਲਕੁਲ ਔਰ ਮੈਂ ਨਾਲ ਹੀ ਕੌਮ ਨੂੰ ਇਹ ਵੀ ਅਪੀਲ ਕਰਾਂਗਾ ਕਿ ਇਹਦੇ ਉੱਪਰ ਕਿੰਤੂ ਪਰੰਤੂ ਨਾ ਕਰਨਾ ਕਿ ਇਹਨੇ ਜੀ ਪੱਗ ਸੀਖ ਨਹੀਂ ਬੰਨੀ, ਇਹਨੇ ਬੇਦਬੀ ਕਰਤੀ ਹੈ ਜਾਂ ਇਹਨੇ ਉਹ ਨਹੀਂ ਕੀਤਾ, ਇਹਨੂੰ ਪੋਜ਼ਿਟਿਵ ਲਾਈਟ ਵਿੱਚ ਵੇਖੋ। ਸਾਡੇ ਝੰਡੇ ਚੁੱਕ ਕੇ ਪੋਸਟਰ ਫੜ ਕੇ ਤੇ ਫੱਟੇ ਫੜ ਕੇ ਬਾਹਰ ਵੀ ਖੜ ਜਾਂਦੇ ਵਾਈਟ ਹਾਊਸ ਜਾ ਕੇ। ਹਾਂਜੀ, ਉਸ ਤੋਂ ਆਪਾਂ ਪਰਹੇਜ਼ ਕਰੀਏ, ਇਹਨੂੰ ਐਜ਼ ਅ ਸ਼ੋਅ ਵੇਖੋ ਔਰ ਦੇਖੋ ਕਿ ਇਹਦੇ ਚੋਂ ਪੋਜ਼ਿਟਿਵ ਕੀ ਨਿਕਲ ਰਿਹਾ। ਗੱਲਬਾਤ ਕਰਦੇ ਹਾਂ ਬੀਜੇਪੀ ਦੇ ਉੱਤੇ, ਕਿਉਂਕਿ ਕੁਝ ਕਾਂਗਰਸ ਦੇ ਪੰਜਾਬ ਦੇ ਵਿਧਾਇਕ ਜੋ ਪੁਰਾਣੇ ਸਾਬਕਾ ਰਹਿ ਚੁੱਕੇ ਨੇ ਉੱਥੇ, ਉਹ ਹੁਣ ਇਸ ਟਾਈਮ ਬੀਜੇਪੀ ਤੇ ਜੁਆਇਨਿੰਗ ਕੀਤੀ ਹੋਈ ਹੈ। ਜਾਖੜ ਹੋਰਾਂ ਨੂੰ ਇੱਕ ਅਹੁਦਾ ਦਿੱਤਾ ਗਿਆ ਪੰਜਾਬ ਦੇ ਵਿੱਚ, ਪੰਜਾਬ ਨੂੰ ਵਾਗਡੋਰ ਸੰਭਾਲਣ ਦਾ ਸਾਰਾ। ਪੁਰਾਣੇ ਬੀਜੇਪੀ ਵਾਲੇ ਥੋੜ੍ਹੇ ਜਿਹੇ ਤੰਗ ਨਜ਼ਰ ਆ ਰਹੇ ਨੇ ਉਹਨਾਂ ਤੋਂ, ਕੀ ਕਹੋਗੇ? ਉਹਨਾਂ ਨੂੰ ਸਾਈਡ ਲਾਈਨ ਕੀਤਾ ਗਿਆ? ਜੀ ਬਿਲਕੁਲ, ਪੰਜਾਬ ਦੀ ਜਿਹੜੀ ਬੀਜੇਪੀ ਲੀਡਰਸ਼ਿਪ ਹੈ ਉਹ ਪਿਛਲੇ 5-10 ਸਾਲ ਤੋਂ, ਜਦੋਂ ਦੀ ਬੀਜੇਪੀ ਅਤੇ ਅਕਾਲੀ ਦਲ ਦਾ ਸਪਲਿਟ ਹੋਇਆ ਹੈ, ਤੇ ਜਿਹੜੇ ਲੋਕਲ ਬੀਜੇਪੀ ਦੇ ਲੀਡਰ ਸੀ ਉਹਨਾਂ ਨੇ ਬੜੀ ਮਿਹਨਤਾਂ ਕੀਤੀਆਂ ਨੇ, ਬੜੇ ਹੀ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਗਰਾਊਂਡ ਲੈਵਲ 'ਤੇ ਕੰਮ ਕੀਤਾ। ਜਦੋਂ ਕਿਸਾਨ ਮੂਵਮੈਂਟ ਚੱਲਦੀ ਰਹੀ, ਬੀਜੇਪੀ ਦੀ ਲੋਕਲ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੇ ਜੁੱਤੀਆਂ ਵੀ ਬੜੀਆਂ ਖਾਧੀਆਂ, ਲੋਕਾਂ ਕੋਲੋਂ ਗੱਲਾਂ ਵੀ ਬੜੀਆਂ ਸੁਣੀਆਂ, ਪਰ ਉਹ ਆਪਣਾ ਡਟੇ ਰਹੇ, ਸਿੱਖ ਆਪਣੀ ਕਮਿਊਨਿਟੀ ਵਾਸਤੇ ਵੀ ਕੰਮ ਕਰਦੇ ਰਹੇ, ਪਾਰਟੀ ਲਈ ਵੀ ਕੰਮ ਕਰਦੇ ਰਹੇ। ਪਰ ਜਦ ਹੁਣ ਜਿਹੜੇ ਬੰਦੇ ਪਹਿਲਾਂ ਬੀਜੇਪੀ ਦੇ ਬਿਲਕੁਲ ਖਿਲਾਫ ਗਾਲਾਂ ਕੱਢਦੇ ਸੀ, ਅੱਜ ਉਹ ਹੁਣ ਬੀਜੇਪੀ ਨਾਲ ਆ ਗਏ ਨੇ, ਜਿਵੇਂ ਜਾਖੜ ਸਾਹਿਬ, ਤੇ ਇਹਦੇ ਬਟ ਨੈਚੁਰਲ ਹੈ, ਹਿਊਮਨ ਨੇਚਰ ਹੈ ਕਿ ਉਹਨਾਂ ਨੂੰ ਚੰਗਾ ਤੇ ਨਹੀਂ ਲੱਗੇਗਾ, ਪਰ ਇਹ ਵੀ ਸਟ੍ਰੈਟਜੀ, ਕਿਉਂਕਿ ਜਾਖੜ ਸਾਹਿਬ ਦੇ ਲੈਵਲ ਦਾ ਉਹਨਾਂ ਦੇ ਕੱਦ ਬੁੱਧ ਦਾ ਬੰਦਾ ਪਾਰਟੀ ਜੁਆਇਨ ਕਰਨਾ ਬੀਜੇਪੀ ਦੀ ਇੱਕ ਬੜੀ ਮੈਂ ਸਮਝਦਾ ਬਹੁਤ ਹੀ ਵੱਡੀ ਗੱਲ ਹੈ। ਔਰ ਇਹ ਸ਼ੁਰੂ 'ਚ ਤੇ ਭਾਵੇਂ ਇਹ ਥੋੜ੍ਹੀ ਜਿਹੀ ਡਿਫਰੈਂਸਿਸ ਹੋਣਗੇ, ਪਰ ਜਲਦੀ ਇਹ ਰਿਜ਼ੋਲਵ ਹੋ ਜਾਂਦੇ ਨੇ।
ਕਿਉਂਕਿ ਉਸ ਤੋਂ ਬਾਅਦ ਸਾਰੀ ਕਾਂਗਰਸ ਜਿਹੜੀ ਲੀਡਰਸ਼ਿਪ ਸੀ ਸਾਰੀ ਕਾਂਗਰਸ ਦੀ ਉਹ ਕੈਪਟਨ ਸਾਰੀ ਉਧਰ ਲੈ ਗਿਆ। ਕੈਪਟਨ ਦਾ ਤੇ ਜਾਖੜ ਸਾਹਿਬ ਦਾ ਕੋਈ ਇਕੁਏਸ਼ਨ ਇਤਨਾ ਚੰਗਾ ਨਹੀਂ ਹੈ। ਪਹਿਲਾਂ ਵੀ ਅਸੀਂ ਵੇਖਿਆ ਜਦ ਕਾਂਗਰਸ ਵਿੱਚ ਵੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਉਹਨਾਂ ਨੂੰ ਤੇ ਗੱਦਾਰ ਹੀ ਸਮਝਿਆ ਗਿਆ ਸੀ। ਜਿਵੇਂ ਉਹ ਕਾਂਗਰਸ ਵਿੱਚ ਰਹਿ ਕੇ ਬੀਜੇਪੀ ਵਿੱਚ ਚਲੇ ਗਏ ਸੀ ਕਈ ਸਾਲ ਪਹਿਲਾਂ। ਉਹ ਤੇ ਕਾਂਗਰਸ ਨੂੰ ਬਾਅਦ ਚ ਪਤਾ ਲੱਗਾ ਵੀ ਇਹ ਬੀਜੇਪੀ ਚਲੇ ਗਏ ਨੇ। 2024 ਦੇ ਵਿੱਚ ਇਲੈਕਸ਼ਨ ਨੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਵਿੱਚ ਜ਼ੋਰ ਫੜ ਚੁੱਕੀ ਨੇ ਕਿ 12 ਜਾਂ 13 ਸੀਟਾਂ ਨੇ ਪੰਜਾਬ ਦੇ ਵਿੱਚ। ਕੀ ਉਹਨੂੰ ਬੀਜੇਪੀ ਨੂੰ ਫਾਇਦਾ ਹੈਗਾ ਕਿ ਇਹਨਾਂ ਨੂੰ ਆਪਣੇ ਮੁੱਕਾ ਹੋਣ ਦਾ, ਕਿਉਂਕਿ ਇੱਕ ਦੂਜੇ ਨਾਲ ਲੜਨਾ, ਟਵੀਟਰੀ ਲੜਾਈ ਝਗੜੇ ਸ਼ੁਰੂ ਹੋ ਵੀ ਚੁੱਕੇ ਨੇ, ਕਿ ਉਹ 12-13 ਸੀਟਾਂ ਮੈਨੇ ਰੱਖਦੀਆਂ ਬੀਜੇਪੀ ਦੇ ਵਿੱਚ ਕਿ ਜ਼ਿਆਦਾ ਫੋਕਸ ਬਿਹਾਰ ਦੇ ਵਿੱਚ ਜਾਂ ਦੂਜੀਆਂ ਸਟੇਟਾਂ 'ਚ ਕਰ ਰਹੇ ਨੇ? ਨਹੀਂ, ਬਿਲਕੁਲ ਇੱਕ ਸੀਟ ਤੇ ਜਦੋਂ ਇਲੈਕਸ਼ਨ ਹੁੰਦੀ ਹੈ ਤੇ ਮਾਇਨੇ ਰੱਖਦੀ ਹੈ, ਕਿਉਂਕਿ ਬੀਜੇਪੀ ਬਿਲਕੁਲ ਚਾਹੇਗੀ ਕਿ ਐਬਸੋਲੂਟ ਮੈਜੋਰਿਟੀ ਉਹਨਾਂ ਨੂੰ ਆਏ। ਔਰ ਬੀਜੇਪੀ ਨੂੰ ਇਸ ਵਾਰੀ ਸਾਊਥ ਵਿੱਚ ਥੋੜ੍ਹਾ ਜਿਹਾ ਝਟਕਾ ਲੱਗ ਰਿਹਾ ਹੈ ਕਿ ਉਹਨਾਂ ਦੀਆਂ ਸੀਟਾਂ ਘੱਟ ਹੋਣਗੀਆਂ ਔਰ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਪੰਜਾਬ ਵਿੱਚੋਂ ਉਹਦਾ ਫਾਇਦਾ ਚੁੱਕ ਸਕੀਏ। ਪਰ ਮੈਂ ਇਸ ਵੇਲੇ ਇਹ ਗੱਲ ਕਰਨਾ ਚਾਹਾਂਗਾ ਕਿ 2024 ਦੇ ਚੁਣਾਵ ਆ ਰਹੇ ਨੇ ਭਾਰਤ ਵਿੱਚ, ਔਰ ਜਦੋਂ ਵੀ ਚੁਣਾਵ ਆਉਂਦੇ ਨੇ ਭਾਰਤ ਵਿੱਚ ਇੱਕ ਅਨਸਰਟਨਟੀ ਦਾ ਮਾਹੌਲ ਬਣਦਾ ਹੈ। ਔਰ ਜਿਹੜੀਆਂ ਵੀ ਤਾਕਤਾਂ ਨੇ ਉਹ ਫਿਰ ਗੇਮਾਂ ਜਿਹੜੀਆਂ ਭੈੜੀਆਂ ਨੇ ਉਹ ਖੇਡਦੀਆਂ ਨੇ। ਜਿਵੇਂ ਹੁਣ ਅਸੀਂ ਹਰਿਆਣਾ ਵਿੱਚ ਵੇਖ ਲਿਆ ਕਿ ਕਿਸ ਤਰ੍ਹਾਂ ਇਹ ਰਾਇਟਸ ਸ਼ੁਰੂ ਹੋਏ ਨੇ ਔਰ ਕਿਵੇਂ ਇੱਕ ਮਾਹੌਲ ਜਿਹੜਾ ਖਰਾਬ ਹੋ ਰਿਹਾ ਹੈ। ਔਰ ਹਰਿਆਣਾ ਪੰਜਾਬ ਦੀ ਨੇਬਰਿੰਗ ਸਟੇਟ ਹੈ, ਉਹਦਾ ਦਿੱਲੀ ਤੱਕ ਹੁਣ ਅਸਰ ਪੈ ਰਿਹਾ ਹੈ। ਮਨੀਪੁਰ ਵਿੱਚ ਕੀ ਹੋ ਰਿਹਾ, ਤੇ ਤੁਸੀਂ ਹੌਲੀ ਹੌਲੀ ਇਹ ਦੇਖੋਗੇ ਚੁਣਾਵ ਆਉਣ ਤੋਂ ਪਹਿਲਾਂ ਕਮਿਊਨਲ ਜਿਹੜੀ ਹਾਰਮੋਨੀ ਉਹ ਡਿਸਰਪਟ ਹੋਏਗੀ। ਇੱਕ ਕਮਿਊਨਿਟੀ ਨੂੰ ਮਾਈਨੋਰਿਟੀ ਨੂੰ ਥੋੜ੍ਹਾ ਜਿਹਾ ਦੱਬਿਆ ਜਾਏਗਾ ਤਾਂ ਕਿ ਮੈਜੋਰਿਟੀ ਗੁੱਡ ਫੀਲ ਫੈਕਟਰ ਹੋਏ। ਅਤੇ ਪੰਜਾਬ ਨੂੰ ਇਸ ਵੇਲੇ ਬਹੁਤ ਹੀ ਸਤਰਕ ਰਹਿਣ ਦੀ ਲੋੜ ਹੈ, ਆਪਸੀ ਵਿੱਚ ਭਾਈਚਾਰਾ ਬਣਾਏ ਰੱਖਣ ਦੀ ਲੋੜ ਹੈ ਤਾਂ ਕਿ ਕੋਈ ਵੀ ਪਾਰਟੀ, ਕੋਈ ਵੀ ਪੋਲੀਟੀਕਲ ਆਰਗੇਨਾਈਜੇਸ਼ਨ ਜਾਂ ਪਾਰਟੀਜ਼ ਜਾਂ ਇਸ ਤਰ੍ਹਾਂ ਦਾ ਕੋਈ ਸਾਨੂੰ ਆਪਸ ਵਿੱਚ ਵੰਡ ਨਾ ਸਕਣ, ਅਤੇ ਅਸੀਂ ਪੰਜਾਬ ਨੂੰ ਮੁੱਖ ਰੱਖ ਕੇ ਔਰ ਪੰਜਾਬ ਦੀ ਇਕੋਨਮੀ ਔਰ ਡਿਵੈਲਪਮੈਂਟ ਨੂੰ ਮੁੱਖ ਰੱਖ ਕੇ ਵੋਟਾਂ ਪਾਈਏ। ਜਸਦੀਪ ਜੀ, ਤੁਸੀਂ ਇੱਕ ਐਨਾਲਿਸਟ ਹੋ, ਤੁਸੀਂ ਇੱਕ ਪਾਰਖੀ ਅੱਖ ਹੁੰਦੀ ਆ ਐਨਾਲਿਸਟ ਦੀ। ਮਨੀਪੁਰ ਦੇ ਵਿੱਚ ਬੀਜੇਪੀ ਦੀ ਸਰਕਾਰ, ਰਾਈਟਸ ਹੋਣੇ ਉੱਥੇ, ਛੋਟੇ ਜਿਹੜੇ ਲੋਕੀ ਹੈਗੇ ਨੇ ਉੱਥੇ ਕਾਸਟ ਦੇ, ਉਹਨਾਂ ਦੇ ਨਾਲ ਧੱਕਾ ਹੋਣਾ, ਬੀਜੇਪੀ ਦੀ ਸਰਕਾਰ ਇਸ ਦਾ ਫਾਇਦਾ ਕਿਉਂ ਹੋ ਰਹੇ ਨੇ? ਥੋੜ੍ਹਾ ਜਿਹਾ ਮੈਨੂੰ ਦੱਸੋ ਇਹਦੇ ਬਾਰੇ ਕਿ ਬੀਜੇਪੀ ਸਰਕਾਰ ਕੋਈ ਨਹੀਂ ਚਾਹੁੰਦਾ ਕਿ ਮੈਂ ਪਿੰਡ ਦਾ ਮੁਖੀ ਹਾਂ ਜਾਂ ਮੇਰੇ ਪਿੰਡ ਦੇ ਵਿੱਚ ਵੀ ਕੋਈ ਇੱਦਾਂ ਦਾ ਹੋ ਜਾਏ, ਇਹ 'ਚ ਫਾਇਦਾ ਕਿਸ ਨੂੰ ਆ? ਇਹ ਤਾਂ ਸਾਫ਼ ਨਜ਼ਰ ਆਉਂਦਾ ਹੈ। ਇਹਦੇ 'ਚ ਕਈ ਵਾਰੀ ਨਾ ਗੱਲਾਂ ਹੋ ਜਾਂਦੀਆਂ ਜਿਹਦੇ 'ਚ ਫਾਇਦਾ ਕਿਸੇ ਦਾ ਵੀ ਨਹੀਂ ਹੁੰਦਾ, ਔਰ ਇਹ ਹੋ ਸਕਦਾ ਕਿ ਰੀਅਲ ਇਸ਼ੂਜ਼ ਨੇ ਉੱਥੇ। ਹਰ ਮੁੱਦਾ, ਹਰ ਚੀਜ਼ ਦੇ ਪਿੱਛੇ ਕੋਈ ਸਰਕਾਰ ਜਾਂ ਕੋਈ ਇਹ ਅਜੇ ਵੀ ਨਹੀਂ ਹੁੰਦਾ। ਕਈ ਵਾਰੀ ਅਸਲੀ ਮੁੱਦੇ ਵੀ ਆ ਜਾਂਦੇ ਨੇ, ਕਿਉਂਕਿ ਉੱਥੇ ਟਰਾਈਬਲਸ ਨੇ, ਕੁਕੀਜ਼ ਅਤੇ ਮਤਾਈਜ਼, ਔਰ ਕਈ ਸਾਲਾਂ ਤੋਂ ਇਹਨਾਂ ਦੀ ਆਪਸ ਵਿੱਚ ਅਣਬਣ ਚੱਲਦੀ ਸੀ। ਪਰ ਇਸ ਵਾਰੀ ਜਦੋਂ ਬੀਜੇਪੀ ਦੀ ਗਵਰਨਮੈਂਟ ਆਈ ਤਾਂ ਇਹਨਾਂ ਨੇ ਉੱਥੇ ਜਿਹੜੇ ਉਹਨਾਂ ਨੂੰ ਕਾਂਗਰਸ ਗਵਰਨਮੈਂਟ ਦੀ ਜਿਹੜੀ ਆਦਤ ਸੀ ਬਈ ਹਰ ਕਿਸੇ ਨੂੰ ਉਹ ਵੰਡ ਦੇਣੇ ਮਾਈਨੋਰਿਟੀਜ਼ ਨੂੰ, ਬਈ ਤੁਹਾਡੇ ਵਾਸਤੇ ਇਹ ਅਸੀਂ ਸਪੈਸ਼ਲ ਪ੍ਰਿਵਿਲੇਜਸ ਦੇ ਰਹੇ ਹਾਂ। ਕਾਂਗਰਸ ਨੇ ਹਰ ਮਾਈਨੋਰਿਟੀ ਨੂੰ ਚੀਜ਼ਾਂ ਦਿੱਤੀਆਂ ਨੇ ਸਿਵਾਏ ਸਿੱਖਾਂ ਨੂੰ ਛੱਡ ਕੇ, ਅਤੇ ਉਹ ਉਹਨਾਂ ਨੇ ਉੱਥੇ ਵੀ ਦਿੱਤਾ ਹੋਈ ਸੀ। ਜਦੋਂ ਬੀਜੇਪੀ ਗਵਰਨਮੈਂਟ ਆਈ ਤਾਂ ਇਹਨਾਂ ਨੇ ਉਹ ਚੀਜ਼ਾਂ ਬੰਦ ਕੀਤੀਆਂ। ਉਸ ਕਰਕੇ ਥੋੜ੍ਹਾ ਉੱਥੇ ਰਿਫਟ ਸ਼ੁਰੂ ਹੋਇਆ ਔਰ ਇਹ ਗੱਲ ਉੱਥੋਂ ਸ਼ੁਰੂ ਹੋਈ। ਔਰ ਜਦੋਂ ਅਸੀਂ ਕਹਿੰਦੇ ਨਾ ਕੁਕੀਜ਼ ਮਾਈਨੋਰਿਟੀ, ਉਹ ਇੰਨੀ ਵੀ ਮਾਈਨੋਰਿਟੀ ਨਹੀਂ ਹੈ ਉੱਥੇ। 43% ਇੱਕ ਪੱਖ ਹੈ ਅਤੇ 53% ਜਿਹੜਾ ਉਹ ਦੂਜਾ ਪੱਖ ਹੈ, ਅਤੇ ਉਹ ਆਲਮੋਸਟ ਬਰਾਬਰ ਹੀ ਨੇ। ਅਤੇ ਇਹ ਦੋ ਪੱਖਾਂ ਦੀ ਲੜਾਈ ਹੈ, ਅਤੇ ਇਹਦੇ ਵਿੱਚ ਫਿਰ ਪੋਲੀਟੀਸਾਈਜੇਸ਼ਨ ਬਾਅਦ ਵਿੱਚ ਹੁੰਦਾ ਹੈ। ਜੇ ਕਈ ਵਾਰੀ ਕੋਈ ਗੱਲ ਸ਼ੁਰੂ ਹੋ ਜਾਏ ਉਸ ਤੋਂ ਬਾਅਦ ਫਿਰ ਪੋਲੀਟੀਕਲ ਪਾਰਟੀਆਂ ਆ ਕੇ ਆਪਣੀ ਰੋਟੀਆਂ ਸੇਕਦੀਆਂ ਨੇ, ਅਤੇ ਹੁਣ ਉੱਥੇ ਜਿਹੜਾ ਹੁਣ ਰੋਟੀਆਂ ਸਿੱਖ ਰਹੀਆਂ ਨੇ ਮਤਲਬ ਕਿ ਬੀਜੇਪੀ ਦੇ ਉੱਤੇ, ਕਿ ਇਹਦਾ ਅਸਰ ਪੂਰੇ ਇੰਡੀਆ 'ਚ ਪਏਗਾ ਇਸ ਦਾ? ਕੋਸ਼ਿਸ਼ ਕਰ ਰਹੀ ਹੈ, ਪਰ ਮੇਰਾ ਜਿਹੜਾ ਐਨਾਲਿਸਿਸ ਹੈ ਉਹ ਇਹ ਹੈ ਕਿ ਜਿਹੜਾ ਮੋਦੀ ਫੈਕਟਰ ਇਸ ਵੇਲੇ ਚੱਲ ਰਿਹਾ ਭਾਰਤ ਵਿੱਚ, ਕਿ ਉਹਨੂੰ ਇਸ ਇਲੈਕਸ਼ਨ ਵਿੱਚ ਹਿਲਾਉਣਾ ਬਹੁਤ ਮੁਸ਼ਕਿਲ ਹੈ। ਮੋਦੀ ਦਾ ਜਿਹੜਾ ਇੰਡੀਆ ਵਿੱਚ ਜਿਹੜਾ ਇੱਕ ਐਕਸੈਪਟੈਂਸ ਰੇਟ ਹੈ ਔਰ ਜਿਹੜੇ ਲੋਕ ਉਹਦੇ ਨਾਲ ਨੇ, ਔਰ ਜੋ ਇੱਕ ਉਹਨਾਂ ਨੇ ਭਾਰਤ ਦੀ ਇੱਕ ਛਵੀ ਬਣਾਤੀ ਹੈ ਕਿ ਹਰ ਇੰਡੀਅਨ ਅੱਜ ਕੱਲ੍ਹ ਸੋਚਦਾ ਕਿ ਅਸੀਂ ਸੁਪਰ ਪਾਵਰ ਬਣ ਗਏ ਹਾਂ। ਉਹ ਵੱਖਰੀ ਗੱਲ ਹੈ ਬਣੇ ਨੇ ਕਿ ਨਹੀਂ ਬਣੇ, ਪਰ ਹਰ ਇੰਡੀਅਨ ਅੱਜ ਕੱਲ੍ਹ ਇਹੀ ਸੋਚਦਾ ਵੀ ਅਸੀਂ ਤੇ ਮੋਦੀ ਨੇ ਤੇ ਸਾਨੂੰ ਪਤਾ ਨਹੀਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਾਤੀ। ਔਰ ਕੁਝ ਏਰੀਆ ਵਿੱਚ ਭਾਰਤ ਨੇ ਤਰੱਕੀ ਵੀ ਕੀਤੀ ਹੈ,
ਤੇ ਉਹ ਫੈਕਟਰ ਨੂੰ ਜੇ ਅਸੀਂ ਕਰੀਏ ਤੇ ਇਸ ਵੇਲੇ 2024 ਦੇ ਜਿਹੜੇ ਇਲੈਕਸ਼ਨ ਨੇ, ਭਾਵੇਂ ਆਪੋਜੀਸ਼ਨ ਇਸ ਵੇਲੇ ਇੰਡੀਆ ਉਹਨਾਂ ਨੇ ਆਪਣਾ ਫਰੰਟ ਬਣਾਇਆ ਹੈ, ਉਹ ਵੀ ਵੇਖਣ ਵਾਲਾ ਇਸ਼ੂ ਵੀ ਕਿੰਨੇ ਦਿਨ ਉਹ ਚੱਲੇਗਾ। ਜਦ ਲੀਡਰਸ਼ਿਪ ਤੇ ਗੱਲ ਆਏਗੀ ਵੀ ਇਹ ਸਾਡਾ ਲੀਡਰ ਕੌਣ ਹੈ, ਰਾਹੁਲ ਗਾਂਧੀ ਹੈ ਜਾਂ ਮਮਤਾ ਬੈਨਰਜੀ ਹੈ ਜਾਂ ਅਖਿਲੇਸ਼ ਯਾਦਵ ਹੈ ਜਾਂ ਨਿਤੀਸ਼ ਕੁਮਾਰ ਹੈ, ਤੇ ਉੱਥੇ ਹੀ ਇਹਨਾਂ ਦਾ ਸਾਰਿਆਂ ਦਾ ਆਪਸ ਵਿੱਚ ਟਕਰਾਅ ਹੋਣਾ ਹੈ। ਤੇ 2024 ਦਾ ਜਿਵੇਂ ਸਥਿਤੀ ਹੁਣ ਤੱਕ ਲੱਗ ਰਹੀ ਹੈ ਮੇਰੇ ਹਿਸਾਬ ਨਾਲ ਤੇ ਬੀਜੇਪੀ ਬੜੀ ਸਟਰੋਂਗ ਰਹੇਗੀ। ਜਸਦੀਪ ਜੀ, ਇੱਕ ਗੱਲ ਪੁੱਛਦਾ, ਜੇ ਇਹ ਮੇਰੇ ਇੱਕ ਮਨੂੰ ਸਵਾਲ ਸੀ, ਮੇਰੇ ਇੱਕ ਥੋਟ ਆਇਆ ਕਿ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਹੋ ਜਾਂਦੇ ਨੇ ਤੇ ਬੀਜੇਪੀ ਨੂੰ ਕਿਤੇ ਨਾ ਕਿਤੇ ਧੱਕਾ ਲੱਗ ਸਕਦਾ ਜੇ ਹੋ ਸਕੇ ਤਾਂ? ਨਹੀਂ, ਪਰ ਜੇ ਇੱਕ ਹੋਣਗੇ ਤੇ ਪਹਿਲਾਂ ਤੇ ਹੋਏਗਾ ਨਾ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣੇਗਾ ਕਿ ਕੇਜਰੀਵਾਲ ਸਾਹਿਬ ਬਣਨਗੇ, ਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਉੱਪਰ ਇੱਕ ਹੋ ਸਕਦੇ ਨਹੀਂ, ਕਿਉਂਕਿ ਕਾਂਗਰਸ ਪਾਰਟੀ ਹੀ ਟੁੱਟ ਰਹੀ ਹੈ ਗਾਂਧੀ ਪਰਿਵਾਰ ਕਰਕੇ। ਉਹਨਾਂ ਕੋਲ ਲੀਡਰਸ਼ਿਪ ਬਚੀ ਨਹੀਂ, ਕਿਉਂਕਿ ਦਿੱਲੀ ਦੇ ਵਿੱਚ ਵੀ ਪਹਿਲਾਂ ਇੱਦਾਂ ਸਰਕਾਰ ਇਹਨਾਂ ਦੀ ਬਣੀ ਸੀ। ਬਿਲਕੁਲ, ਸ਼ੀਲਾ ਦੀਕਸ਼ਿਤ ਦੀ ਇਹਨਾਂ ਦੀ ਸਰਕਾਰ ਸੀ ਕਾਂਗਰਸ ਦੀ, ਤੇ ਉਹਦੇ ਵਿੱਚ ਵੀ ਤੁਸੀਂ ਵੇਖੋ ਨਾ ਕਿ ਜਿਹੜੀ ਨਵੀਂ ਲੀਡਰਸ਼ਿਪ ਨੂੰ ਇਹਨਾਂ ਨੇ ਕਿਸੇ ਨੂੰ ਅੱਗੇ ਨਹੀਂ ਆਉਣ ਦਿੱਤਾ। ਜੋਤੀ ਆਦਿਤਿਆ ਰਾਏ ਸਿੰਧੀਆ ਜਿਹੜੇ ਨੇ ਉਹ ਵੀ ਬੀਜੇਪੀ ਚਲੇ ਗਏ ਨੇ, ਸਚਿਨ ਪਾਇਲਟ ਲਗਾ ਹੋਏ ਨੇ, ਚਾਖੜ ਸਾਹਿਬ ਵੀ ਚਲੇ ਗਏ ਨੇ ਪੰਜਾਬ 'ਚੋਂ, ਤੇ ਇਹਨਾਂ ਕੋਲ ਕੋਈ ਲੀਡਰਸ਼ਿਪ, ਕਪਿਲ ਸਿੱਬਲ ਵੀ ਚਲਾ ਗਏ, ਤੇ ਉਹ ਤਿਵਾਰੀ ਸਾਹਿਬ ਨੇ, ਮਨੀਸ਼ ਤਿਵਾਰੀ, ਉਹ ਵੀ ਸਾਈਡਲਾਈਨ ਕੀਤੇ ਹੋਏ ਨੇ। ਤੇ ਜਿਹੜੀ ਵੀ ਕੋਈ ਸਿਵਾਏ ਤੁਸੀਂ ਰਾਹੁਲ ਗਾਂਧੀ ਨੂੰ ਛੱਡ ਕੇ ਹੋਰ ਕੋਈ ਨਜ਼ਰ ਨਹੀਂ ਆਉਂਦਾ। ਜੀ ਬਿਲਕੁਲ। ਅਸੀਂ ਗੱਲਬਾਤ ਕਰਦੇ ਹਾਂ ਕਿ ਅਸੀਂ ਪਿਛਲੀ ਖਬਰਾਂ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਕਿ ਸਿੱਖ ਗੁਰਦੁਆਰਾ ਸੰਸਥਾ ਨੂੰ ਵੀ ਪੰਜਾਬ ਦੇ ਵਿੱਚ ਉਤਰਨਾ ਚਾਹੀਦਾ, ਆਉਣਾ ਚਾਹੀਦਾ। ਕੁਝ ਗੁਰਦੁਆਰੇ ਤੁਹਾਡੀ ਖਬਰ ਦੇਖ ਕੇ, ਤੁਹਾਡੀ ਨਿਊਜ਼ ਦੇਖ ਕੇ ਰੋਡਾਂ 'ਤੇ ਉਤਰੇ ਨੇ, ਉਹਨਾਂ ਨੇ ਕਿਹਾ ਕਿ ਅਸੀਂ ਕੱਪੜੇ ਜਾਂ ਹੋਰ ਵੀ ਮਦਦ ਕਰਨ ਨੂੰ ਤਿਆਰ ਨੇ। ਜਿਹੜੇ ਗੁਰਦੁਆਰੇ ਅੱਜ ਤੱਕ ਵੀ ਚੁੱਪ ਬੈਠੇ ਹੋਏ ਨੇ, ਉਹਨਾਂ ਨੂੰ ਕੀ ਕਹੋਗੇ? ਉਹਨਾਂ ਨੂੰ ਇਹੀ ਕਹਾਂਗਾ ਕਿ ਤੁਹਾਡੀ ਸਾਡਾ ਫਰਜ਼ ਸਿਰਫ ਇਹ ਨਹੀਂ ਕਿ ਸੰਡੇ ਨੂੰ ਮਿਲ ਕੇ ਆਪਾਂ ਲੰਗਰ ਖਾ ਕੇ ਤੇ ਘਰ ਚਲੇ ਜਾਈਏ। ਸਾਡਾ ਫਰਜ਼ ਹੈ ਕਿ ਸਮਾਜ ਦੀ ਵੀ ਸੇਵਾ ਕਰੀਏ। ਜਿਹੜੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਨੂੰ ਦੱਸ ਕੇ ਗਏ ਨੇ ਕਿ ਸਿੱਖ ਤੇ ਜਿੰਦਾ ਹੀ ਦੂਜਿਆਂ ਵਾਸਤੇ, ਤੇ ਸਾਡੀ ਜ਼ਿੰਦਗੀ ਜਿਹੜੀ ਹੈ ਅਸੀਂ ਭਾਰਤ ਵਿੱਚ ਵੀ, ਸਾਡੇ ਪੰਜਾਬ ਵਿੱਚ ਜਿੱਥੇ ਜਿੱਥੇ ਪ੍ਰੋਬਲਮਸ ਨੇ ਉੱਥੇ ਵੀ ਹਿੱਸਾ ਪਾਈਏ, ਔਰ ਅਮਰੀਕਾ ਵਿੱਚ ਵੀ, ਜਿਸ ਮੁਲਕ ਵਿੱਚ ਅਸੀਂ ਰਹਿੰਦੇ ਹਾਂ, ਔਰ ਦੂਜੇ ਦੇਸ਼ਾਂ 'ਚ ਵੀ ਜਿੱਥੇ ਜਿੱਥੇ ਸਿੱਖ ਰਹਿੰਦਾ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਇੱਕ ਦੀ ਮਦਦ ਕਰੀਏ। ਸਾਡੇ ਸਿੱਖ ਕੋਈ ਜਿਸ ਤਰ੍ਹਾਂ ਖਾਲਸਾ ਏਡ ਹੈ, ਸਿੱਖਸ ਆਫ ਅਮਰੀਕਾ ਹੈ, ਪਰ ਅਸੀਂ ਇਹਨਾਂ ਵੱਡੀਆਂ ਸੰਸਥਾਵਾਂ ਦੇ ਉੱਪਰ ਹੀ ਨਾ ਨਿਰਭਰ ਰਹੀਏ। ਅਸੀਂ ਆਪ ਵੀ ਆਪਣੇ ਇੰਡੀਵਿਜੂਅਲ ਤੌਰ 'ਤੇ ਆਪ ਵੀ ਹਰ ਆਪਣੇ ਗੁਰਦੁਆਰੇ ਜਿਹੜੇ ਨੇ ਸਾਡੇ ਅਮਰੀਕਾ 'ਚ ਆਪਣੇ ਨੇਬਰਹੁੱਡ 'ਚ ਜਾ ਕੇ ਹੈਲਪ ਕਰਨ। ਲੰਗਰ ਦਾ ਮਤਲਬ ਇਹ ਨਹੀਂ ਅੱਜ ਜਿਹੜੇ ਸਮਰੱਥ ਆ ਅਸੀਂ ਜਾ ਕੇ ਤਾਂ ਉੱਥੇ ਫਸਟ ਕਲਾਸ ਲੰਗਰ ਖਾ ਕੇ ਆ ਜਾਈਏ। ਲੰਗਰ ਦਾ ਅਸਲੀ ਮਤਲਬ ਸੀ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਵਾਸਤੇ ਇਹ ਲੰਗਰ ਦਿੱਤਾ ਜਾਏ। ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪਥਾ ਜਿਹੜੇ ਭੁੱਖੇ ਜਿਹੜੇ ਸਾਧੂ ਸੀ ਉਹਨਾਂ ਨੂੰ ਖਵਾਇਆ ਸੀ। ਉਹਨਾਂ ਨੇ ਇਹ ਨਹੀਂ ਕਿ ਜਿਹੜੇ ਆਲਰੇਡੀ ਰੱਜੇ ਸਨ ਉਹਨਾਂ ਨੂੰ ਜਾ ਕੇ ਖਵਾਇਆ ਸੀ। ਤੇ ਅਸੀਂ ਤੇ ਅੱਜ ਹੁਣ ਗੁਰਦੁਆਰੇ ਜਾਂਦੇ ਹਾਂ, ਸਾਰੇ ਰੱਜੇ ਪੁੱਜੇ ਹਾਂ, ਤੇ ਮੈਂ ਆਪ ਵੀ ਓਵਰਵੇਟ ਹਾਂ, ਸਾਰੇ ਸਾਨੂੰ ਲੋੜ ਨਹੀਂ ਹੈ, ਪਰ ਅਸੀਂ ਜਾ ਕੇ ਉੱਥੇ ਲੰਗਰ ਕਰਨੇ ਆ। ਪਰ ਸਾਡਾ ਇਹ ਸ਼ਰਧਾ, ਪਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅਮਰੀਕਾ ਵਿੱਚ ਵੀ ਹੋਮਲੈਸ ਸ਼ੈਲਟਰਸ ਨੇ, ਅਮਰੀਕਾ ਵਿੱਚ ਵੀ ਕਈ ਫੈਮਲੀਆਂ ਨੇ ਜਿਨ੍ਹਾਂ ਨੂੰ ਖਾਣਾ ਨਹੀਂ, ਇਨਫਲੇਸ਼ਨ ਇੰਨੀ ਹਾਈ ਹੈ, ਇਕੋਨਮੀ ਡਾਊਨ ਹੈ, ਲੋਕਾਂ ਕੋਲ ਜੋਬਾਂ ਨਹੀਂ ਹੈ। ਅਸੀਂ ਸੰਡੇ ਨੂੰ ਉਹਨਾਂ ਨੂੰ ਜਾ ਕੇ ਲੰਗਰ ਕਰਾਈਏ। ਮੈਂ ਤੁਹਾਡੀ ਗੱਲ ਦੇ ਵਿੱਚੋਂ ਗੱਲ ਇੱਕ ਨਿਕਲੀ ਕਿ ਜਿੱਦਾਂ ਆਪਣੇ ਇੰਨੇ ਗੁਰਦੁਆਰੇ ਸਾਹਿਬ ਨੇ, ਮੈਂ ਨਹੀਂ ਅੱਜ ਤੱਕ ਸੁਣਿਆ ਹੈਗਾ ਕਿ ਆਪਣੇ ਗੁਰਦੁਆਰੇ ਕੋਈ ਜੇਲ੍ਹਾਂ ਦੇ ਵਿੱਚ ਜਾ ਕੇ ਕੋਈ ਪੰਜਾਬੀ ਜਿਹੜੇ ਰੈਸਟ ਹੋਏ ਨੇ ਜਾਂ ਆਪਣੀਆਂ ਲੇਡੀਜ਼ ਉੱਥੇ ਰੈਸਟ ਹੋਈਆਂ, ਉਹਨਾਂ ਨੂੰ ਗੁਰਬਾਣੀ ਦੀ ਸੰਤਿਆ ਜਾਂ ਉਹਨਾਂ ਨੂੰ ਗੁਰਬਾਣੀ ਬਾਰੇ ਪ੍ਰਚਾਰ ਕਰਨੇ ਦੂਜੇ ਪਾਸਟਰ ਜਾਂਦੇ ਨੇ। ਕਿਉਂ ਨਹੀਂ ਆਪਣੇ ਪਾਠੀ ਨੂੰ ਕਿਉਂ ਨਹੀਂ ਜਾ ਸਕਦੇ? ਇਹ ਉਪਰਾਲਾ ਕਰਨਾ ਚਾਹੀਦਾ, ਕਿਉਂ ਨਹੀਂ? ਇਹ ਮੈਂ ਤੁਹਾਡੀ ਸੋਚ ਹੈ, ਹੁਣ ਤੁਸੀਂ ਦੱਸੀਏ, ਬਹੁਤ ਅੱਛੀ ਸੋਚ ਹੈ ਔਰ ਇਹ ਕਰਨਾ ਚਾਹੀਦਾ ਹੈ, ਕਿਉਂਕਿ ਜਿਹੜਾ ਜੇਲ੍ਹ ਵਿੱਚ ਜਿਹੜਾ ਹੈਗਾ ਬੰਦਾ ਉਹ ਬੜਾ ਅਲੋਨ ਫੀਲ ਕਰਦਾ ਹੈ, ਲੋਨਲੀ ਹੋ ਜਾਂਦਾ ਹੈ। ਔਰ ਇੱਕ ਜਿਹੜੀ ਆਤਮਿਕ ਜਿਹੜੀ ਭੁੱਖ ਹੈ ਉਹ ਜਦੋਂ ਜਾ ਕੇ ਤੁਸੀਂ ਰੱਬ ਨਾਲ ਜੋੜਦੇ ਹੋ, ਉਹ ਬੜੀ ਇੱਕ ਉਸ ਵੇਲੇ ਬੜੀ ਮਦਦ ਕਰਦੀ ਬੰਦੇ ਨੂੰ। ਤੇ ਔਰ ਕਈ ਇਹਦੇ ਵਿੱਚ ਸਾਡੇ ਮੁਸਲਿਮ ਵੀਰ ਜਿਹੜੇ ਨੇ, ਜਿਹੜਾ ਇਸਲਾਮਿਕ ਪ੍ਰਚਾਰ ਨੇ, ਉਹ ਬਹੁਤ ਜ਼ਿਆਦਾ ਜੇਲ੍ਹਾਂ ਵਿੱਚ। ਤੁਸੀਂ ਵੇਖਿਆ ਹੋਣਾ ਕਿ ਜਦੋਂ ਕ੍ਰਿਸਚਨਸ ਤੇ ਹੈ ਹੀ ਨੇ, ਪਰ ਮੁਸਲਮਾਨ ਵੀ ਬਹੁਤ ਜ਼ਿਆਦਾ ਨੇ। ਜਦੋਂ ਛੁੱਟਦੇ ਨੇ ਜੇਲ੍ਹ ਚੋਂ ਬਾਹਰ ਆਉਂਦੇ ਨੇ ਤੇ ਉਹ ਕਈ ਮੁਸਲਮਾਨ ਬਣੇ ਹੁੰਦੇ ਨੇ, ਕਿਉਂਕਿ ਅੰਦਰ ਉਹਨਾਂ ਨੂੰ ਉਸ ਵੇਲੇ ਕੋਈ ਚੀਜ਼ ਰੱਬ ਨਾਲ ਜੋੜਦੀ ਹੈ। ਔਰ ਮੈਨੂੰ
ਇਹ ਬਹੁਤ ਤੁਸੀਂ ਇੰਪੋਰਟੈਂਟ ਪੁਆਇੰਟ ਹੈ ਕਿ ਸਾਡੇ ਵੀ ਗੁਰਦੁਆਰੇ ਦੇ ਜਿਹੜੇ ਗ੍ਰੰਥੀ ਨੇ, ਜਿਹੜੀਆਂ ਮੈਨੇਜਮੈਂਟ ਨੇ, ਉਹਨਾਂ ਨੂੰ ਵੀ ਚਾਹੀਦਾ ਕਿ ਸਾਡੇ ਗ੍ਰੰਥੀ ਸਾਹਿਬ ਸਾਰਾ ਦਿਨ ਕੀ ਕਰਦੇ ਨੇ ਗੁਰਦੁਆਰੇ 'ਚ ਵੀਕਡੇਜ਼ ਵਿੱਚ, ਉਹਨਾਂ ਦੀਆਂ ਵੀ ਡਿਊਟੀਆਂ ਲੱਗਣ, ਜੇਲ੍ਹਾਂ ਵਿੱਚ ਜਾਣ, ਸਿੱਖੀ ਦਾ ਪ੍ਰਚਾਰ ਕਰਨ, ਜੇਲ੍ਹਾਂ ਵਿੱਚ ਲਾਇਬ੍ਰੇਰੀਜ਼ ਨੇ ਉੱਥੇ ਸਿੱਖ ਸਕ੍ਰਿਪਚਰਸ ਰੱਖਣ ਤਾਂ ਕਿ ਕੈਦੀਆਂ ਨੂੰ ਸਿੱਖੀ ਬਾਰੇ ਪਤਾ ਲੱਗੇ, ਉਹਨਾਂ ਨੂੰ ਵੀ ਇੱਕ ਸਪੋਰਟ ਮਿਲਦੀ ਹੈ ਕਿ ਉਹ ਵੀ ਰੱਬ ਨਾਲ ਜੁੜਨ, ਵਾਹਿਗੁਰੂ ਦਾ ਉਹਨਾਂ ਨੂੰ ਪਤਾ ਲੱਗੇ ਤੇ ਜੁੜਨ, ਤੇ ਹੋ ਸਕਦਾ ਉਹਨਾਂ ਨੂੰ ਸ਼ਕਤੀ ਮਿਲੇ ਸਾਡੇ ਧਰਮ 'ਚੋਂ। ਜੀ ਟਾਈਮ ਥੋੜਾ, ਇੱਕ ਆਪਾਂ ਹੋਰ ਮੁੱਦੇ ਤੇ ਗੱਲ ਕਰਦੇ ਹਾਂ ਕਿ ਈਡੀ ਦੀਆਂ ਰੇਡਾਂ ਹੋਣੀਆਂ ਸੰਸਥਾ ਦੇ ਉੱਤੇ ਇੰਡੀਆ ਦੇ ਵਿੱਚ ਅੱਜ, ਜੋ ਖਾਲਸਾ ਏਡ ਦੀ ਹੈਗੀ ਆ, ਸਿੱਖਸ ਆਫ ਅਮਰੀਕਾ ਦੀ ਵੀ, ਹੋਰ ਵੀ ਸੰਸਥਾ ਉੱਥੇ ਚੱਲਦੀਆਂ ਹੈਗੀਆਂ, ਕਿ ਸੰਸਥਾ ਦੇ ਉੱਤੇ ਰੇਡਾਂ ਹੋਣੀਆਂ ਕਿ ਚੰਗੀ ਗੱਲ ਆ? ਨਹੀਂ ਦੇਖੋ, ਚੰਗੀ ਗੱਲ ਤੇ ਨਹੀਂ, ਪਰ ਜੇ ਤੇ ਕੋਈ ਮੇਰੇ ਹਿਸਾਬ ਨਾਲ ਜੇ ਰੇਡ ਹੋਈ ਹੈ ਔਰ ਉਹਦੇ ਵਿੱਚ ਕੁਝ ਨਹੀਂ ਨਿਕਲਿਆ ਤੇ ਕੋਈ ਐਸੀ ਗੱਲ ਨਹੀਂ ਹੈ। ਔਰ ਜੇ ਕੋਈ ਗੱਲ ਹੈ ਤੇ ਫਿਰ ਉਹਦਾ ਤੁਸੀਂ ਭੁਗਤਾ, ਇੱਥੇ ਵੀ ਰੇਡਾਂ ਹੁੰਦੀਆਂ ਨੇ, ਇੱਥੇ ਵੀ ਦੇਖ ਲਓ ਪ੍ਰੈਜ਼ੀਡੈਂਟ, ਜਿਹੜਾ ਪਾਸਟ ਪ੍ਰੈਜ਼ੀਡੈਂਟ ਦੇ ਉੱਪਰ ਰੇਡਾਂ ਹੋ ਰਹੀਆਂ ਨੇ, ਤੇ ਹੰਟਰ ਬਾਈਡਨ ਦਾ ਵੀ ਹੁਣ ਆ ਗਿਆ ਸਾਹਮਣੇ, ਉਹਦੇ ਉੱਪਰ ਵੀ ਕੇਸਿਸ ਲੱਗ ਗਏ ਨੇ, ਤੇ ਰੇਡਾਂ ਹੋਣੀਆਂ ਮੇਰੇ ਹਿਸਾਬ ਨਾਲ ਕੋਈ ਗੱਲ ਨਹੀਂ। ਹਾਂ, ਜੇ ਝੂਠੇ ਇਲਜ਼ਾਮ ਲੱਗਣ, ਫਿਰ ਜੇ ਉਹਨਾਂ ਰੇਡਾਂ ਵਿੱਚੋਂ ਨਿਕਲੇ ਵੀ ਨਹੀਂ ਜੀ ਉੱਥੇ ਤੇ ਕੁਝ ਵੀ ਨਹੀਂ ਸੀ, ਫਿਰ ਵੀ ਤੁਸੀਂ ਤੰਗ ਕਰੀ ਜਾਓ, ਉਹ ਗਲਤ ਗੱਲ ਹੈ। ਜਸਦੀਪ ਸਿੰਘ ਜੈਸੀ, ਸਿੱਖਸ ਆਫ ਅਮਰੀਕਾ ਦੇ ਸਿੱਖ ਲੀਡਰ ਔਰ ਪੋਲੀਟੀਕਲ ਐਨਾਲਿਸਟ, ਇਹਨਾਂ ਨੇ ਗੱਲਬਾਤ ਕੀਤੀ ਦੇਸ਼ ਬਾਰੇ, ਵਿਦੇਸ਼ ਬਾਰੇ, ਤੇ ਤੱਥ ਕੱਢ ਕੇ ਉਹਨਾਂ ਦੇ ਸਾਨੂੰ ਪਗੜੀ ਨੂੰ, ਪੱਗ ਨੂੰ, ਐਨਾਲਿਸਟ ਨੂੰ ਸਾਰਾ ਕੁਝ ਨਿਚੋੜ ਕੱਢ ਕੇ ਸਰ ਦੱਸਦੇ ਨੇ। 6 ਫॉर ਟਰੰਪ ਇਹਨਾਂ ਨੇ ਪੁਰਾਣੀ ਜੋ ਇਲੈਕਸ਼ਨ ਸੀ ਉਹ ਵੀ ਰਨ ਕੀਤੀ ਟਰੰਪ ਦੇ ਨਾਲ, ਹੋਰ ਵੀ ਗਵਰਨਰ ਦੇ ਨਾਲ ਵੀ ਇਲੈਕਸ਼ਨ ਦੇ ਵਿੱਚ ਹਮੇਸ਼ਾ ਜੋ ਸਟੇਟ ਦੀਆਂ ਇਲੈਕਸ਼ਨ ਹੁੰਦੀਆਂ ਉਹਨਾਂ ਦੇ ਨਾਲ ਮਸਰੂਫ ਰਹਿੰਦੇ ਨੇ, ਉਹਨਾਂ ਦੇ ਨਾਲ ਜਾਂਦੇ ਨੇ। ਹੁਣ ਇੰਡੀਆ ਦੇ ਵਿੱਚ ਵੀ ਇਹਨਾਂ ਦਾ ਕਾਫੀ ਇਨਵੋਲਵਮੈਂਟ ਰਹਿੰਦਾ ਹੈ, ਇੱਕ ਬਾਜ ਵਾਲੀ ਅੱਖ ਰੱਖਦੇ ਨੇ, ਐਨਾਲਿਸਟ ਦੀ ਅੱਖ ਹੀ ਹੁੰਦੀ ਹੈ ਬਾਜ ਵਾਲੀ। ਸੋ ਇਹ ਸੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੇਖਦੇ ਹੋ ਸਾਡਾ ਸ਼ੋਅ, ਸਾਨੂੰ ਪਿਆਰ ਕਰਦੇ ਹੋ, ਸਾਨੂੰ ਕਮੈਂਟ ਕਰਕੇ, ਉਹ ਸਾਨੂੰ ਪੋਜ਼ਿਟਿਵ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਅਗਲੇ ਕਿਸ ਟੌਪਿਕ 'ਤੇ ਗੱਲ ਹੋਣੀ ਚਾਹੀਦੀ, ਕਿਸ ਤਰ੍ਹਾਂ ਅਸੀਂ ਸਿੱਖੀ ਨੂੰ, ਸਿੱਖਾਂ ਨੂੰ ਅਮਰੀਕਾ 'ਚ, ਦੇਸ਼ ਵਿਦੇਸ਼ ਦੇ ਵਿੱਚ ਕਿੱਦਾਂ ਹੋਰ ਪ੍ਰਮੋਟ ਕਰ ਸਕਦੇ ਹਾਂ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।